श्री गुरु ग्रंथ साहब जिहदा नां लैके सिर झुकदा है। चंडीगढ़ ते जो उहदे च गुरबाणी है, शब्द ने, वो पढ़न लिखण ते पाबंदी है, फिर किवें गल अगे वधू? कहंदे आ भी जे किसी कौम नूं किसी भाईचारक खिते नूं तुसीं खत्म करना, गुलाम बनाउणा, तां उन्हां दी बोली खोलो। ਜਦੋਂ ਪ੍ਰਸ਼ਾਸਨ ਨਾਰਿਆਂ ਦੀ ਆਵਾਜ਼ ਨਹੀਂ ਸੁਣਦਾ ਤਾਂ ਫਿਰ ਬਲਜੀਤ ਸਿੰਘ ਖਾਲਸਾ ਇੱਕ ਡੱਬਾ ਚੱਕਦਾ ਕਾਲੇ ਪੇਂਟ ਦਾ ਤੇ ਫਿਰ ਇਹਨੂੰ ਗੁੱਸਾ ਚੜ ਜਾਂਦਾ ਤੇ ਜਿਹੜੇ ਸਰਕਾਰੀ ਦਫ਼ਤਰ 'ਚ ਪੰਜਾਬੀ ਨਹੀਂ ਦਿਖਦੇ ਉੱਥੇ ਪੋਚਾ ਫੇਰ ਦਿੰਦਾ। ਖਾਲਸਾ ਜੀ ਪੋਚੇ ਨਾਲ ਵੀ ਗੱਲ ਨਹੀਂ ਬਣੀ। ਮੈਨੂੰ ਇੱਕ ਵਾਰ ਨਹੀਂ ਅਨੇਕਾਂ ਵਾਰ ਚੰਡੀਗੜ੍ਹ ਦਾ ਕੋਈ ਥਾਣਾ ਐਸਾ ਨਹੀਂ ਜਿਹਦੇ 'ਚ ਪੰਜਾਬੀ ਦੇ ਮਾਮਲੇ 'ਚ ਮੇਰੇ ਖਿਲਾਫ ਪਰਚਾ ਦਰਜ ਨਾ ਹੋਇਆ ਹੋਵੇ। ਪਰ ਮੈਨੂੰ ਅਫਸੋਸ ਹੈ ਵੀ ਸ਼੍ਰੋਮਣੀ ਕਮੇਟੀ, ਸ਼੍ਰੋਮਣੀ ਅਕਾਲੀ ਦਲ ਜਿਹੜੇ ਪੰਜਾਬੀ ਤੇ ਪੰਜਾਬੀਅਤ ਦੇ ਸਭ ਤੋਂ ਵੱਡੇ ਝੰਡਾ ਬਰਦਾਰ ਆਪਣੇ ਆਪ ਨੂੰ ਅਖਵਾਉਂਦੇ ਆ, ਉਹਨਾਂ ਨੇ ਕਦੀ ਵੀ ਕਿਸੇ ਮਾਮਲੇ 'ਚ ਸਾਥ ਨਹੀਂ ਦਿੱਤਾ, ਕਦੀ ਜ਼ਮਾਨਤ ਕਰਾਉਣ ਦੀ ਲੋੜ ਨਹੀਂ ਸਮਝੀ। ਅਸੀਂ ਆਪ ਵਾਲਿਆਂ ਨੂੰ ਵੀ ਮੈਸੇਜ ਕਰਦੇ ਆ ਵੀ ਤੁਸੀਂ ਪੰਜਾਬੀ ਦੀ ਰਾਜਧਾਨੀ ਚੰਡੀਗੜ੍ਹ ਨੂੰ ਸੰਭਾਲ ਲਓ, ਇੱਥੇ ਦੀ ਪੰਜਾਬੀ ਮਾਂ ਬੋਲੀ ਨੂੰ ਸੰਭਾਲ ਲਓ ਜੇ ਤੁਸੀਂ ਆਉਣ ਵਾਲੇ ਸਮੇਂ 'ਚ ਰਾਜ ਕਰਨਾ। ਅੱਜ ਤੁਹਾਨੂੰ ਚੰਡੀਗੜ੍ਹ ਦਾ ਦੁਖਾਂਤ ਇੱਕ ਵਾਰੀ ਫਿਰ ਦਿਖਾਉਂਦੇ ਆ। ਸੈਕਟਰ 22 ਦੇ ਗੁਰਦੁਆਰਾ ਸਾਹਿਬ ਵਿੱਚ ਖੜੇ ਆ। ਅੱਜ ਇੱਥੇ ਚੰਡੀਗੜ੍ਹ ਪੰਜਾਬੀ ਮੰਚ ਤੇ ਚੰਡੀਗੜ੍ਹ ਦੇ ਸਮੂਹ ਗੁਰਦੁਆਰਾ ਸਾਹਿਬਾਨ ਜਿਹੜੇ ਨੇ ਉਹਨਾਂ ਦੀਆਂ ਪ੍ਰਬੰਧਕ ਕਮੇਟੀਆਂ ਨੇ ਮੀਟਿੰਗ ਕੀਤੀ। ਮੀਟਿੰਗ ਦਾ ਏਜੰਡਾ ਬੜਾ ਦੁਖਦਾਈ ਸੀ। ਦੁਖਦਾਈ ਇਸ ਕਰਕੇ ਕਿਉਂਕਿ ਚੰਡੀਗੜ੍ਹ 1952 'ਚ ਬਣਨਾ ਸ਼ੁਰੂ ਹੋਇਆ ਸੀ ਔਰ ਉਦੋਂ ਦਿੱਲੀ ਤੋਂ ਆਵਾਜ਼ ਆਈ ਸੀ ਵੀ ਪੰਜਾਬ ਨੂੰ ਖੂਬਸੂਰਤ ਰਾਜਧਾਨੀ ਬਣਾ ਕੇ ਦੇਣੀ ਹੈ। ਪੜਾਵਾਰ ਇੱਥੋਂ 28 ਪੰਜਾਬੀ ਪਿੰਡ ਉਜਾੜੇ, ਪੰਜਾਬੀ ਲੋਕਾਂ ਦਾ ਉਜਾੜਾ ਕੀਤਾ, ਖੇਤੀਬਾੜੀ ਵਾਲੀ ਜ਼ਮੀਨ ਕੌਡੀਆਂ ਦੇ ਭਾਅ ਖੋਈ ਔਰ ਇੱਥੋਂ ਦੇ ਪੰਜਾਬੀ ਲੋਕਾਂ ਦੇ ਘਰ ਜਿਹੜੇ ਉਹ ਕੌਡੀਆਂ ਦੇ ਭਾਅ ਕਹਿ ਲਓ ਜਾਂ ਕਬਾੜ ਦੇ ਭਾਅ ਕਹਿ ਲਓ ਖੋਲੇ। ਗੱਲ ਇੱਥੇ ਖਤਮ ਨਹੀਂ ਹੋਈ। ਜਦੋਂ ਚੰਡੀਗੜ੍ਹ ਉਸਰ ਗਿਆ ਤੇ 1 ਨਵੰਬਰ 1966 ਨੂੰ ਕਹਿ ਦਿੱਤਾ ਕੌਣ ਹੁੰਦਾ ਪੰਜਾਬ ਚੰਡੀਗੜ੍ਹ ਲੈਣ ਵਾਲਾ। ਚੰਡੀਗੜ੍ਹ ਦਿੱਲੀ ਹਾਕਮਾਂ ਦੇ ਅਧੀਨ ਚੱਲੇਗਾ, ਯੂਟੀ ਰਹੇਗਾ। ਔਰ ਇੱਕ ਹੋਰ 1 ਨਵੰਬਰ 1966 ਨੂੰ ਜਦੋਂ ਇੱਥੇ ਯੂਟੀ ਦਾ ਥੱਪਾ ਲਾਤਾ ਚੰਡੀਗੜ੍ਹ ਉੱਪਰ ਤੇ ਕਹਿ ਦਿੱਤਾ ਹੁਣ ਚੰਡੀਗੜ੍ਹ ਵਿੱਚੋਂ ਪੰਜਾਬੀਆਂ ਦੀ ਮਾਂ ਬੋਲੀ ਦਾ ਵੀ ਨਿਕਾਲਾ ਕਰ ਦਿੱਤਾ ਜਾਏਗਾ ਔਰ 1 ਨਵੰਬਰ 1966 ਤੋਂ ਚੰਡੀਗੜ੍ਹ ਦੀ ਸਰਕਾਰੀ ਭਾਸ਼ਾ ਅੰਗਰੇਜ਼ੀ ਹੈ। ਇੱਥੇ ਡੈਪੂਟੇਸ਼ਨ ਕੋਟਾ ਸੀ ਪੰਜਾਬੀਆਂ ਦਾ, ਉਹ 60% ਤੋਂ ਘਟਾ ਕੇ ਅੱਜ 1.42% ਹੈ। ਅਤੇ ਤੁਸੀਂ ਇਹ ਲੋਕਾਂ ਨੂੰ ਦੇਖਦੇ ਹੋਵੋਗੇ ਜੈਦੇ ਆਪਣੀ ਜ਼ਿੰਦਗੀ ਦੇ ਅਖੀਰਲੇ ਪੜਾਅ 'ਤੇ ਪਹੁੰਚੇ ਨੇ। ਮੰਗ ਕੀ ਕਰ ਰਹੇ ਨੇ? ਮੰਗ ਇਹ ਨਹੀਂ ਕਰ ਰਹੇ ਵੀ ਚੰਡੀਗੜ੍ਹ ਦੇ ਸਰਕਾਰੀ ਦਫ਼ਤਰਾਂ ਵਿੱਚ ਸਾਡੇ ਬੱਚਿਆਂ ਨੂੰ ਨੌਕਰੀਆਂ ਦਿੱਤੀਆਂ ਜਾਣ, ਕਿਉਂਕਿ ਅਸੀਂ ਅਸਲ ਵਿੱਚ ਚੰਡੀਗੜ੍ਹ ਦੇ ਵਾਰਸ ਹਾਂ। ਇੱਕੋ ਹੀ ਦਰਦ ਹੈ ਇਹਨਾਂ ਦੇ ਮਨਾਂ ਵਿੱਚ ਵੀ ਘੱਟੋ ਘੱਟ ਚੰਡੀਗੜ੍ਹ 'ਚ ਸਾਡੀ ਮਾਂ ਬੋਲੀ ਨੂੰ ਤਾਂ ਮਾਨਤਾ ਦੇ ਦਿਓ, ਕਿਉਂਕਿ ਉਮਰਾਂ ਨਿਕਲ ਗਈਆਂ। 1 ਨਵੰਬਰ 1922 ਨੂੰ 66 ਸਾਲ ਹੋ ਜਾਣੇ ਨੇ ਇਹਨਾਂ ਲੋਕਾਂ ਵੱਲੋਂ ਨਾਅਰੇ ਲਾਉਂਦਿਆਂ ਵੀ ਸਾਡੀ ਮਾਂ ਬੋਲੀ ਸਾਡੀ ਧਰਤੀ 'ਤੇ ਸਾਨੂੰ ਦੇ ਦਿਓ। ਸੋ ਅੱਜ ਫਿਰ ਇਹਨਾਂ ਦਾ ਏਜੰਡਾ ਇਹੀ ਸੀ ਵੀ ਘੱਟੋ ਘੱਟ ਸਾਡੇ ਘਰ ਖੋਲ੍ਹੇ, ਖੇਤ ਖੋਲ੍ਹੇ, ਸਾਡਾ ਸੱਭਿਆਚਾਰ ਖੋਲ੍ਹਿਆ, ਸਾਡਾ ਸਾਰਾ ਕੁਝ ਖੋਲ੍ਹਿਆ, ਮਾਂ ਬੋਲੀ 'ਤੇ ਦੇ ਦਿਓ। ਸੋ ਇਹਦੇ ਬਾਰੇ ਗੱਲ ਕਰਾਂਗੇ। ਕਈ ਚੰਡੀਗੜ੍ਹ ਦੀਆਂ ਸੰਸਥਾਵਾਂ ਦੇ ਸੱਜਣ ਮਿੱਤਰ, ਬੜੇ ਪਤਵੰਤੇ ਲੋਕ ਆਏ ਨੇ। ਸਭ ਤੋਂ ਪਹਿਲਾਂ ਤਾਂ ਤੁਸੀਂ ਦੱਸੋ, ਤੁਸੀਂ ਪ੍ਰਚਾਰ ਵੀ ਕਰਦੇ ਜੇ ਗੁਰਦੁਆਰਾ ਸਾਹਿਬਾਨ 'ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜਿਹਦਾ ਨਾਂ ਲੈ ਕੇ ਸਿਰ ਝੁਕਦਾ ਹੈ। ਚੰਡੀਗੜ੍ਹ 'ਚ ਤੇ ਜੋ ਉਹਦੇ 'ਚ ਗੁਰਬਾਣੀ ਹੈ, ਸ਼ਬਦ ਨੇ, ਉਹ ਪੜ੍ਹਨ ਲਿਖਣ 'ਤੇ ਪਾਬੰਦੀ ਆ, ਫਿਰ ਕਿਵੇਂ ਗੱਲ ਅੱਗੇ ਵਧੂਗੀ? ਬਹੁਤ ਬਹੁਤ ਧੰਨਵਾਦ ਤੁਹਾਡਾ, ਕਿਉਂਕਿ ਗੁਰਬਾਣੀ ਜਿਸ ਬੋਲੀ ਦੇ ਵਿੱਚ ਲਿਖੀ ਗਈ ਆ, ਜਦੋਂ ਆਪਾਂ ਉਹਨੂੰ ਪੜ੍ਹਨਾ ਸਮਝਣਾ ਛੱਡ ਦਾਂਗੇ ਫਿਰ ਤੇ ਬੜਾ ਮੁਸ਼ਕਲ ਆ। ਸੋ ਪ੍ਰੋਫੈਸਰ ਪੂਰਨ ਸਿੰਘ ਜੀ ਨੇ ਕਿਹਾ ਸੀ, ਕਿਉਂਕਿ ਉਹਨਾਂ ਦੀ ਲਿਖਤ 'ਚ
ਵੱਟਾਂ ਕਿੱਕਰ ਪੰਜਾਲੀ ਹੱਲ ਦਾ ਉਹਨਾਂ ਨੇ ਜ਼ਿਕਰ ਕੀਤਾ ਸੀ। ਕਿਸੇ ਨੇ ਪੁੱਛਿਆ ਵੀ ਇਹ ਕਿਹੜੇ ਸ਼ਬਦ ਆ, ਤੁਸੀਂ ਕਿਉਂ ਆਪਣੀ ਲਿਖਤ 'ਚ ਇਹ ਜ਼ਿਕਰ ਕਰਦੇ ਹੋ? ਉਹ ਕਹਿੰਦੇ ਵੀ ਇਹਦੇ ਵਿੱਚੋਂ ਮੈਨੂੰ ਗੁਰੂ ਨਾਨਕ ਦੀ ਖੁਸ਼ਬੂ ਆਉਂਦੀ ਹੈ। ਜਿਹੜੀ ਬੋਲੀ ਮੇਰੇ ਗੁਰੂਆਂ ਨੇ ਭਗਤ ਸਾਹਿਬਾਨਾਂ ਨੇ ਵਰਤੀ ਆ, ਉਹਦੇ ਵਿੱਚੋਂ ਸਾਨੂੰ ਸੁਹਜ ਰੱਬੀ ਗੁਣਾਂ ਦੀ ਦਾਤ ਮਿਲਦੀ ਆ। ਤੋ ਜੇ ਆਪਾਂ ਉਹਨੂੰ ਹੀ ਭੁੱਲ ਗਏ ਫਿਰ ਆਪਣੀ ਬਾਣੀ ਤੋਂ ਵੀ ਟੁੱਟ ਗਏ, ਆਪਣੇ ਵਿਰਸੇ ਤੋਂ ਵੀ ਟੁੱਟ ਗਏ। ਸੋ ਬੜਾ ਜ਼ਰੂਰੀ ਆਪਾਂ ਇਸ ਪਾਸੇ ਉਦਮ ਕਰੀਏ। ਤੋ ਪੰਜਾਬੀ ਵਿਚਾਰ ਮੰਚ ਵੱਲੋਂ ਇਹ ਬੜਾ ਸੋਹਣਾ ਉਦਮ ਕੀਤਾ ਗਿਆ ਹੈ, ਜਿੱਥੇ ਸਾਰੇ ਪਤਵੰਤੇ ਸੱਜਣ ਹਾਜ਼ਰ। ਉਦਮ ਤਾਂ ਚੰਗਾ, ਜੇ ਤੁਹਾਡੇ ਵਰਗੇ ਪਤਵੰਤੇ ਪੰਜਾਬੀ ਲੋਕ ਕੈਨੇਡਾ ਦੇ ਕਿਸੇ ਪੰਜਾਬ 'ਚ ਸ਼ਹਿਰ 'ਚ ਜਾ ਕੇ ਕਹਿਣ ਵੀ ਸਾਡੀ ਭਾਸ਼ਾ ਨੂੰ ਮਾਨਤਾ ਦਿਓ, ਜਾਂ ਇੰਗਲੈਂਡ ਅਮਰੀਕਾ 'ਚ ਨਾਅਰੇ ਲਾਉਣ, ਫਿਰ ਤੇ ਗੱਲ ਜੱਚਦੀ ਹੈ। ਤੁਹਾਨੂੰ ਆਪਣੀ ਰਾਜਧਾਨੀ ਵਿੱਚ ਇਹ ਗੱਲ ਕਹਿਣੀ ਪਈ ਹੈ ਵੀ ਸਾਡੀ ਜ਼ੁਬਾਨ ਨੂੰ, ਸਾਡੀ ਮਾਂ ਬੋਲੀ ਨੂੰ ਮਾਨਤਾ ਦਿੱਤੀ ਜਾਵੇ। ਇਸ ਤੋਂ ਵੱਡਾ ਦੁਖਾਂਤ ਕੋਈ ਹੋ ਸਕਦਾ ਨਹੀਂ ਹੈ। ਤੇ ਬਹੁਤ ਦੁੱਖ ਦੀ ਗੱਲ ਆ, ਕਿਉਂਕਿ ਇਹਦੇ 'ਚ ਸਰਕਾਰਾਂ ਦਾ, ਪਾਲਿਸੀਆਂ ਦਾ ਬੜਾ ਵੱਡਾ ਰੋਲ ਹੁੰਦਾ ਆ। ਇਹਦੇ ਵਿੱਚ ਸਾਡੇ ਵੀ ਪਰਿਵਾਰਾਂ ਦਾ ਬੜਾ ਵੱਡਾ ਰੋਲ ਆ। ਅਸੀਂ ਆਪਣੀ ਬੋਲੀ ਦਾ ਮਾਣ ਰੱਖੀਏ, ਸਤਿਕਾਰ ਰੱਖੀਏ, ਘਰਾਂ ਪਰਿਵਾਰਾਂ 'ਚ ਬੋਲੀਏ। ਬਾਕੀ ਇਹ ਬਹੁਤ ਵੱਡੇ ਖੇਤਰ ਦੀ ਗੱਲ ਆ। ਜਿਵੇਂ ਤੁਸੀਂ ਦੱਸਿਆ, ਚੰਡੀਗੜ੍ਹ ਦੇ ਵਿੱਚ ਪੰਜਾਬੀ ਦਾ ਤੇ ਕੋਈ ਨਾਮ ਨਹੀਂ ਰਿਹਾ, ਅੰਗਰੇਜ਼ੀ ਆ ਜਾਂ ਹਿੰਦੀ ਆ। ਸੋ ਇਹਦੇ ਵਿੱਚ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਵੀ ਜੀ ਹੰਬਲਾ ਮਾਰਨਾ ਪੈਣਾ ਹੈ। ਇਕੱਲਾ ਚੰਡੀਗੜ੍ਹ ਪੰਜਾਬੀ ਮੰਚ ਦਾ ਹੀ ਇਕੱਲਾ ਇਹ ਉਦਮ ਨਹੀਂ ਆ, ਸਾਰੇ ਗੁਰਦੁਆਰਾ ਸਾਹਿਬ, ਸਾਰੀ ਸੰਗਤ। ਇਹ ਮਸਲਾ ਬਹੁਤ ਵੱਡਾ ਹੈ, ਬਹੁਤ ਵੱਡਾ ਮਸਲਾ ਵੱਡਾ, ਤੇ ਇਹਦੇ ਲਈ ਕਹਿੰਦੇ ਆ ਵੀ ਬਹੁਤ ਹੰਬਲਾ ਮਾਰਨਾ ਪੈਣਾ। ਜਿੱਥੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅੱਜ ਦੇ ਇਸ ਮੀਟਿੰਗ 'ਚ ਇਕੱਠ 'ਚ ਖੜੀਆਂ ਨੇ, ਉੱਥੇ ਲੇਖਕ, ਕਵੀ ਜਿਹੜੇ ਪੰਜਾਬੀਆਂ ਨੂੰ ਆਪਣੀ ਮਾਂ ਬੋਲੀ ਦਾ ਹੋਕਾ ਦਿੰਦੇ ਨੇ, ਉਹ ਵੀ ਖੜੇ ਨੇ। ਗਿੱਲ ਸਾਹਿਬ, ਕਿੱਧਰ ਜਾ ਰਹੀ ਗੱਲ? ਤੁਹਾਡੀਆਂ ਕਿਤਾਬਾਂ ਲਿਖੀਆਂ ਕਿੱਧਰ ਜਾਣਗੀਆਂ ਜਦੋਂ ਪੜ੍ਹਨ ਵਾਲੀ ਨਾ ਹੋਏ? ਸਿਉਂਕ ਜਿਉਂਦੀ ਹੈ ਜੀ, ਸਿਉਂਕ ਖਾਏਗੀ ਉਹਨਾਂ ਨੂੰ। ਕਿਉਂਕਿ ਪੰਜਾਬੀ ਦਾ ਹਾਲ ਇਹ ਆ ਕਿ ਬਾਹਰ ਤਾਂ ਜੇ ਸਿੱਖਦੇ ਆ, ਇੱਥੇ ਚੰਡੀਗੜ੍ਹ 'ਚ ਨਹੀਂ ਹੈ। ਮੇਰੇ ਦੋਤੇ ਕੈਨੇਡਾ ਤੋਂ ਆਏ ਸੀ, ਚੰਗੀ ਭਲੀ ਪੰਜਾਬੀ ਬੋਲਦੇ ਸੀ। ਇੱਥੇ ਸਕੂਲ 'ਚ ਦਾਖਲ ਹੋਏ ਤਾਂ ਅਗਲੇ ਹਫ਼ਤੇ ਤੋਂ ਹੀ ਹਿੰਦੀ ਬੋਲਣ ਲੱਗ ਗਏ। ਇੰਨਾ ਵੱਡਾ ਦੁਖਾਂਤ। ਕਿੱਥੋਂ ਆਏ ਸੀ? ਉਹ ਆਪਣੇ ਤੋਂ ਆਸਟ੍ਰੇਲੀਆ ਤੋਂ ਆਏ ਸੀ, ਵੈਨਕੂਵਰ ਤੋਂ। ਉੱਥੋਂ ਪੰਜਾਬੀ ਮਾਂ ਬੋਲੀ ਲੈ ਕੇ ਆਏ? ਉੱਥੋਂ ਲੈ ਕੇ ਆਏ, ਔਰ ਘਰ 'ਚ ਬੋਲੀ ਜਾਂਦੀ ਸੀ, ਅਸੀਂ ਸਿਖਾਏ ਵੀ। ਫਿਰ ਮੈਂ ਸਕੂਲ ਬਦਲਣਾ ਚਾਹਿਆ, ਪਰ ਜਿਹੜੇ 'ਚ ਜਾਈਏ ਉੱਥੇ ਹੀ ਹਿੰਦੀ ਸੀ। ਬਾਦਲ ਸਰਕਾਰ ਬਹੁਤ ਚੱਲ ਰਹੀ ਆ, ਉਹਨਾਂ ਨੇ ਇਹਦੇ ਬਾਰੇ ਕੱਖ ਨਹੀਂ ਕੀਤਾ। ਔਰ ਕਹਿੰਦੇ ਆ ਵੀ ਜੇ ਕਿਸੇ ਕੌਮ ਨੂੰ, ਕਿਸੇ ਭਾਈਚਾਰਕ ਖਿੱਤੇ ਨੂੰ ਤੁਸੀਂ ਖਤਮ ਕਰਨਾ, ਗੁਲਾਮ ਬਣਾਉਣਾ, ਤਾਂ ਉਹਨਾਂ ਤੋਂ ਉਹਨਾਂ ਦੀ ਬੋਲੀ ਖੋਹ ਲਓ। ਔਰ ਸਾਤੋਂ ਵੀ ਸਾਡੀ ਮਾਂ ਬੋਲੀ ਖੋਹੀ ਜਾ ਰਹੀ ਆ। ਗਿੱਲ ਸਾਹਿਬ ਆਪਣੇ ਆਪ ਨੂੰ ਗੁਲਾਮ ਸਮਝਦੇ ਆ? ਨਹੀਂ, ਗੁਲਾਮ ਨਹੀਂ ਹਾਂ। ਅਸੀਂ ਲੜਾਂਗੇ, ਅਸੀਂ ਲੜਾਂਗੇ ਇਸ ਖਿਲਾਫ। ਗੁਲਾਮ ਬਣਾਉਣਾ ਚਾਹੁੰਦੇ ਆ ਜਿਹੜੇ, ਉਹਨਾਂ ਦੇ ਖਿਲਾਫ ਅਸੀਂ ਲੜਾਂਗੇ। ਤੁਸੀਂ ਆਪਣੀਆਂ ਕਿਤਾਬਾਂ ਸਿਉਂਕਾਂ ਨੂੰ ਖਵਾਉਣ ਲਈ ਲਿਖੋਗੇ? ਨਹੀਂ, ਅਸੀਂ ਇਸ ਲਈ ਲੜਾਂਗੇ ਕਿ ਪਾਠਕ ਪੰਜਾਬੀ ਜਿਉਂਦੀ ਰਹੇ, ਪੰਜਾਬੀ ਦੀ ਆਉਣ ਵਾਲੀ ਜਨਰੇਸ਼ਨ ਪੰਜਾਬੀ ਜਾਣਦੀ ਹੋਵੇ ਤੇ ਉਹ ਉਹਨਾਂ ਨੂੰ ਪੜ੍ਹੇ। ਗਿੱਲ ਸਾਹਿਬ, ਬੜਾ ਤਜਰਬਾ ਤੁਹਾਡੇ ਕੋਲ, ਤੁਸੀਂ ਇਹ ਸਾਰੇ ਵਰਤਾਰੇ ਨੂੰ ਕਿਵੇਂ ਸੋਚਦੇ ਜੇ ਵੀ ਚੰਡੀਗੜ੍ਹ ਵਿੱਚੋਂ ਕਿਉਂ ਮਾਂ ਬੋਲੀ ਖੋਈ ਜਾ ਰਹੀ ਹੈ? ਚੰਡੀਗੜ੍ਹ ਵਿੱਚੋਂ ਨਹੀਂ, ਹੋਰ ਵੀ ਮੈਂ ਤੁਹਾਨੂੰ ਦੱਸਦਾ। ਅੰਗਰੇਜ਼ੀ ਦੀ ਬੜੀ ਭਗਤੀ ਆ। ਬਹੁਤ ਸਾਲ ਪਹਿਲਾਂ ਮੈਂ ਗਵਰਨਮੈਂਟ ਕਾਲਜ ਹੁਸ਼ਿਆਰਪੁਰ 'ਚ ਹੁੰਦਾ ਸੀ। ਇੱਕ ਹਰੀਜਨ ਵਿਦਿਆਰਥੀ ਨੇ ਪੈਸੇ ਲੈਣੇ ਸੀ ਉਹਦੇ ਜਿਹੜੇ ਵਜ਼ੀਫੇ ਦੇ, ਅਤੇ ਮੈਂ ਉਹਦਾ ਟਿਊਟਰ ਸੀ। ਮੈਂ ਲਿਖਤਾ ਪੰਜਾਬੀ 'ਚ ਵੀ ਇਮਤਿਹਾਨ ਪਾਸ ਕੀਤਾ ਹੋਇਆ, ਹਾਜ਼ਰੀਆਂ ਪੂਰੀਆਂ, ਇਹਨੂੰ ਵਜ਼ੀਫਾ ਦੇ ਦਿੱਤਾ ਜਾਵੇ। ਆ ਗਿਆ 10 ਮਿੰਟ ਬਾਅਦ ਜੀ ਮੁੰਡਾ, ਕਹਿੰਦਾ ਜੀ ਸੁਪਰਡੈਂਟ ਕਹਿੰਦਾ ਵੀ ਇਹ ਨਹੀਂ ਮੈਨੂੰ ਪਤਾ, ਅੰਗਰੇਜ਼ੀ 'ਚ ਲਿਖਾ ਕੇ ਲਿਆ। ਮੈਂ ਉਸੇ ਸਟਾਫ ਦੇ 5-4 ਬੰਦੇ ਬੈਠੇ ਸੀ। ਮੈਂ ਕਿਹਾ ਵੀ ਤੂੰ ਐਂ ਕਰ, ਉਹਨੂੰ ਕਹਿ ਵੀ ਲਿਖ ਦੇ ਇੱਥੇ ਵੀ ਮੈਂ ਨਹੀਂ ਇਹ ਜਾਣਦਾ ਭਾਸ਼ਾ, ਫਿਰ ਮੈਂ ਅੰਗਰੇਜ਼ੀ 'ਚ ਲਿਖੂੰਗਾ। ਉਹ ਮੁੰਡਾ 15 ਮਿੰਟ ਬਾਅਦ ਆਇਆ, ਹੱਸਦਾ ਖੁਸ਼, ਕਹਿੰਦਾ ਜੀ ਸੁਪਰਡੈਂਟ ਨੇ ਬੁੜ ਕਰਦੇ ਨੇ ਮੈਨੂੰ ਪੈਸੇ ਹੀ ਦੇਤੇ। ਇਸ ਤਰ੍ਹਾਂ ਵੀ ਠੀਕ ਆਉਣੇ ਆ ਇਹ, ਅਤੇ ਜੇ ਅਸੀਂ ਡਟਾਂਗੇ, ਲੜਾਂਗੇ ਤਾਂ ਹੀ ਜਿੱਤਾਂਗੇ। ਪੰਜਾਬ ਦਾ ਇੱਕ ਕਵੀ ਕਹਿੰਦਾ ਪੰਜਾਬੀ ਦਾ ਵੀ ਸਾਡੀਆਂ ਕਿਤਾਬਾਂ ਹੁਣ ਸਿਉਂਕਾਂ ਖਾਣਗੀਆਂ, ਤੇ ਨਾਲ ਇਹ ਵੀ ਗੱਲ ਕਹਿਤੀ ਵੀ ਸਾਡੀ ਨਵੀਂ ਜਨਰੇਸ਼ਨ ਜਿਹੜੀ ਆਸਟ੍ਰੇਲੀਆ ਤੋਂ ਆਉਂਦੀ ਹੈ, ਉੱਥੋਂ ਤੇ ਮਾਂ ਬੋਲੀ ਲੈ ਕੇ ਆਉਂਦੀ, ਪਰ ਪੰਜਾਬ 'ਚ ਜਦੋਂ ਆਉਂਦੀ ਤਾਂ ਮਾਂ ਬੋਲੀ ਖਵਾ ਲੈਂਦੀ ਹੈ। ਮੰਚ ਦੇ ਪ੍ਰਧਾਨ ਸੁਖਜੀਤ ਜੀ, ਕਿਵੇਂ ਹੈ? ਆ ਗੱਲਾਂ ਤੁਸੀਂ ਸੁਣੀਆਂ ਹੋਣੀਆਂ,
ਤੇ ਚੰਡੀਗੜ੍ਹ 'ਚ ਕਦੋਂ ਤੱਕ ਤੁਸੀਂ ਇਹ ਦੀਵਾ ਜਗਾ ਕੇ ਰੱਖੋਗੇ? ਦੇਖੋ, ਦੀਵਾ ਨਹੀਂ, ਇਹ ਮਿਸਾਲ ਬਣੇਗੀ ਜੀ। ਦੀਵਾ ਜਗ ਗਿਆ ਹੈ, ਇਹ ਮਿਸਾਲ ਭਾਂਬੜ ਬਣੂਗਾ। ਔਰ ਅੱਜ ਜਿਹੜਾ ਸਾਡਾ ਗੁਰਦੁਆਰਾ ਸਾਹਿਬ ਗੁਰਦੁਆਰਾ ਕਮੇਟੀਆਂ ਨੂੰ ਇੱਕ ਇਕੱਠਾ ਕਰਨਾ ਹੈ, ਇਹੀ ਮੰਤਵ ਆਉਣ ਵਾਲੇ ਸਮੇਂ 'ਚ ਜਦੋਂ ਸਾਡਾ ਸਿੱਖ ਭਾਈਚਾਰਾ ਜਾਗ ਪਿਆ, ਕਿਉਂਕਿ ਭਾਵੇਂ ਕਿਸੇ ਧਰਮ ਦੀ ਬੋਲੀ ਨਹੀਂ ਹੈ, ਪਰ ਇੱਕ ਸਿੱਖਾਂ ਦੀ ਇਹ ਪਹਿਲੀ ਲੜਾਈ ਹੈ ਜੋ ਸ਼ਾਇਦ ਨਹੀਂ ਲੜ ਪਾਏ, ਚਾਹੇ SGPC ਸੀ, ਚਾਹੇ ਗੁਰਦੁਆਰਾ ਕਮੇਟੀਆਂ ਸੀ। ਠੀਕ ਹੈ, ਪੰਜਾਬੀ ਮੰਚ ਨੇ ਅੱਜ ਇਹ ਗੁਰਦੁਆਰਾ ਕਮੇਟੀਆਂ ਨੂੰ ਇਕੱਠਾ ਕੀਤਾ। ਆਉਣ ਵਾਲੇ ਸਮੇਂ 'ਚ ਹੋਰ ਵੀ ਪੰਜਾਬੀ ਭਾਈਚਾਰਿਆਂ ਨੂੰ ਇਕੱਠੇ ਕਰਨਗੇ ਤੇ ਲੜਾਈ, ਜਿਹੜਾ ਤੁਸੀਂ ਦੀਵੇ ਦੀ ਗੱਲ ਕਰ ਰਹੇ ਹੋ, ਭਾਂਬੜ ਮਚੂਗਾ ਔਰ ਬਹੁਤ ਵੱਡਾ ਇੱਥੇ ਜਿਹੜੀ ਪੰਜਾਬੀ ਬੋਲੀ ਹੈ ਲਾਗੂ ਹੋਊਗੀ। ਇਹ ਸਾਨੂੰ ਉਮੀਦ ਹੈ ਜੀ ਪੱਕੀ। ਕਈ ਪੰਜਾਬ ਦੀਆਂ ਸਰਕਾਰਾਂ ਆ ਗਈਆਂ, ਕਈ ਚਲੇ ਗਈਆਂ, ਕਈ ਮਤੇ ਪਾਸ ਹੋਏ। ਜਦੋਂ ਤੁਹਾਡੇ ਪੰਜਾਬ ਦੇ ਤੁਹਾਡੇ ਮਾਪੇ ਜਿਹੜੇ ਨੇ ਉਹ ਤੁਹਾਡੇ ਨਾਅਰੇ 'ਚ ਨਾਅਰਾ ਨਹੀਂ ਲਾਉਂਦੇ, ਤਾਂ ਫਿਰ ਸੁਖਜੀਤ ਸੁੱਖੇ ਦਾ, ਕਾਮਰੇਡ ਦੇਵੀ ਦਿਆਲ ਦਾ, ਇਸੇ ਤਰ੍ਹਾਂ ਸਾਹਨੀ ਸਾਹਿਬ ਦਾ ਨਾਅਰਾ ਜਿਹੜਾ ਕਿੰਨਾ ਕੁ ਕੰਮ ਆ ਜਾਊਗਾ? ਕੰਮ ਆਊਗਾ ਜੇ ਸਰਕਾਰਾਂ ਨੇ ਅਜੇ ਪੰਜਾਬੀ ਨਾਲ ਧਰੋ ਕਮਾਇਆ ਜੀ। ਉਹਨਾਂ ਦਾ ਹਾਲ ਵੀ ਕੀ ਹੋਇਆ ਜੀ, ਅੱਜ ਉਹ ਕਿਹੜੇ ਹਾਲਾਤਾਂ 'ਚ ਬੈਠੇ ਨੇ। ਅੱਜ ਉਹ ਇੱਕ ਇੱਕ MLA ਨੂੰ ਤਰਸ ਰਹੇ ਨੇ। ਜੇ ਆਉਣ ਵਾਲੇ ਸਮੇਂ 'ਚ ਚਾਹੇ ਉਹ ਨਵੀਂ ਸਰਕਾਰ ਹੈ, ਉਸ ਨੂੰ ਵੀ ਮੈਸੇਜ ਹੈ ਵੀ ਜੇ ਤੁਸੀਂ ਵੀ ਪੰਜਾਬੀ ਨਾਲ, ਜੇ ਉਹਨਾਂ ਨੇ ਇਹੋ ਜਿਹਾ ਧਰੋ ਕਮਾਇਆ, ਜੇ ਪੰਜਾਬ ਨੂੰ ਨਹੀਂ ਪੁੱਛਿਆ, ਪੰਜਾਬੀਅਤ ਨੂੰ ਉਹਨਾਂ ਨੇ ਦਰਕਨਾਰ ਕਰਿਆ, ਉਹਨਾਂ ਨੇ ਚਾਹੇ ਆਪਣੀ ਧਰਮ ਦੀ ਗੱਲ ਹੈ, ਪੰਥ, ਉਹਨੂੰ ਵੀ ਦਰਕਨਾਰ, ਪਰ ਪੰਜਾਬੀ ਬੋਲੀ ਨੂੰ ਤਾਂ ਉਹਨਾਂ ਨੇ ਬਿਲਕੁਲ ਹੀ ਨਹੀਂ ਹੱਥ ਛੂਹਿਆ। ਤੇ ਅੱਜ ਉਹਨਾਂ ਦਾ ਹਾਲ ਕੀ ਹੈ ਜੀ? ਇਹ ਆਉਣ ਵਾਲਾ ਸਮਾਂ, ਮੈਂ ਭਗਵੰਤ ਮਾਨ ਨੂੰ ਵੀ ਮੈਸੇਜ ਕਰਦਾ, ਤੁਹਾਡੇ ਮਾਧਿਅਮ ਰਾਹੀਂ ਅਸੀਂ ਆਪ ਵਾਲਿਆਂ ਨੂੰ ਵੀ ਮੈਸੇਜ ਕਰਦੇ ਆ ਵੀ ਤੁਸੀਂ ਪੰਜਾਬੀ ਦੀ ਰਾਜਧਾਨੀ ਚੰਡੀਗੜ੍ਹ ਨੂੰ ਸੰਭਾਲ ਲਓ, ਇੱਥੇ ਦੀ ਪੰਜਾਬੀ ਮਾਂ ਬੋਲੀ ਨੂੰ ਸੰਭਾਲ ਲਓ, ਜੇ ਤੁਸੀਂ ਆਉਣ ਵਾਲੇ ਸਮੇਂ 'ਚ ਰਾਜ ਕਰਨਾ ਹੈ ਪੰਜਾਬ 'ਚ। ਜੇ ਰਾਜ ਕਰਨਾ, ਇਹ ਤੁਹਾਡੀ ਚੇਤਾਵਨੀ ਆ? ਚੇਤਾਵਨੀ ਹੈ, ਪੱਕਾ ਜੀ। ਸੋ ਇਸੇ ਤਰ੍ਹਾਂ ਬਾਈ ਦਾ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਨੇ। ਗਜੋਤ ਜੀ, ਤੁਸੀਂ ਬੜੀ ਸੇਵਾ ਕਰ ਰਹੇ ਜੇ, ਮੀਟਿੰਗਾਂ ਕਰਾਉਂਦੇ ਜੇ, ਵਾਰ-ਵਾਰ ਰੈਲੀਆਂ ਵਿੱਚ ਸ਼ਾਮਲ ਹੁੰਦੇ ਜੇ, ਗੱਲ ਉੱਥੇ ਕਿ ਨਹੀਂ ਖੜੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੱਲ ਉੱਥੇ ਨਹੀਂ ਖੜੀ ਹੈ ਜੀ, ਗੱਲ ਵੱਧ ਚੁੱਕੀ ਹੈ। ਜਿਹੜੀਆਂ ਸਰਕਾਰਾਂ ਨੇ ਉਹ ਹੁਣ ਜਾਗਦੀਆਂ ਨੇ। ਅਸੀਂ ਜਿੱਥੇ ਹੁਣ ਜਿਹੜੀਆਂ ਮੀਟਿੰਗਾਂ ਅਸੀਂ ਕਰ ਰਹੇ ਹਾਂ, ਅਸੀਂ ਉਸ ਮੰਤਵ ਨਾਲ ਕਰ ਰਹੇ ਹਾਂ ਕਿ ਜਿਹੜੀਆਂ ਚੀਜ਼ਾਂ ਸਾਡੇ ਤੋਂ ਥੁੜ ਗਈਆਂ ਸਨ, ਜਿਵੇਂ ਹੁਣ ਅਸੀਂ ਅੱਜ ਮੀਟਿੰਗ 'ਚ ਫੈਸਲਾ ਕੀਤਾ ਹੈ ਕਿ ਪ੍ਰਚਾਰਕ, ਜਿਹੜੇ ਗੁਰੂ ਘਰਾਂ ਦੇ ਪ੍ਰਚਾਰਕ ਨੇ, ਅਸੀਂ ਉਹਨਾਂ ਦੀ ਵੀ ਹੁਣ ਜ਼ਿੰਮੇਵਾਰੀ ਲਾਵਾਂਗੇ ਕਿ ਇਸ ਪ੍ਰਚਾਰ ਨੂੰ ਘਰ ਘਰ ਪਹੁੰਚਾਇਆ ਜਾਏ। ਔਰ ਜਿਹੜੀ ਗੱਲ ਹੈ ਕਿ ਇਹ ਇਕੱਲੇ ਇੱਕ ਸਿੱਖ ਧਰਮ ਦੀ ਨਹੀਂ ਹੈ, ਇਹ ਪੂਰੇ ਇੱਕ ਇਲਾਕੇ ਦੀ, ਕਿੱਤੇ ਦੀ ਵੀ ਬੋਲੀ ਹੈ। ਸਾਡਾ ਕਿੱਤਾ ਵੀ ਇਹਦੇ ਨਾਲ ਹੈ। ਸੋ ਹੁਣ ਸਾਡੀ ਪੂਰੀ ਕੋਸ਼ਿਸ਼ ਹੈ ਪ੍ਰਚਾਰਕਾਂ ਨੂੰ ਨਾਲ ਲਾ ਕੇ ਚੰਡੀਗੜ੍ਹ ਦੇ ਅੰਦਰ, ਆਸ-ਪਾਸ ਦੇ ਇਲਾਕਿਆਂ ਵਿੱਚ ਇਸ ਦਾ ਪ੍ਰਚਾਰ ਪੂਰਨ ਤੌਰ 'ਤੇ ਕੀਤਾ। ਅੱਜ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੀ ਮੀਟਿੰਗ ਕਰਵਾਈ ਹੈ, ਲੱਗਦਾ ਨਹੀਂ ਵੀ ਗੁਰਦੁਆਰੇ ਦੇ ਜਿਹੜੇ ਸੇਵਾਦਾਰ ਨੇ, ਤੁਹਾਡੇ ਵਰਗੇ ਸੇਵਾ ਕਰ ਰਹੇ ਨੇ ਕਈ ਸਾਲਾਂ ਤੋਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹਦੀ ਓਟ ਆਸਰੇ ਨਾਲ ਸਿੱਖ ਕੌਮ ਚੱਲਦੀ ਹੈ, ਜਦੋਂ ਚੰਡੀਗੜ੍ਹ ਵਿੱਚ ਪੰਜਾਬੀ ਭਾਸ਼ਾ ਨਾ ਸਰਕਾਰੀ ਦਫ਼ਤਰਾਂ ਵਿੱਚ, ਨਾ ਸਰਕਾਰੀ ਸਕੂਲਾਂ ਵਿੱਚ, ਨਾ ਤੁਹਾਡੀ ਨਵੀਂ ਪੌਂਦ ਦੇ ਮੂੰਹ 'ਚ ਹੋਊਗੀ, ਤੇ ਫਿਰ ਸੰਗਤ ਕਿਉਂ ਆਊਗੀ ਗੁਰਦੁਆਰਾ ਸਾਹਿਬ? ਇਹ ਇੱਕ ਬਹੁਤ ਵੱਡਾ ਸੋਚ ਦਾ ਵਿਸ਼ਾ ਹੈ। ਬਿਲਕੁਲ ਤੁਸੀਂ ਗੱਲ ਠੀਕ ਕਹੀ ਹੈ, ਪਰ ਇੱਕ ਗੱਲ ਮੈਂ ਇੱਥੇ ਜ਼ਰੂਰ ਕਹਿਣੀ ਚਾਹਾਂਗਾ ਕਿ ਨੌਜਵਾਨ ਬੱਚਾ ਹੁਣ ਕਾਫੀ ਜਾਗਰੂਕਤਾ ਹੈ। ਇੱਥੇ ਸਾਡੇ ਕੋਲ ਤਕਰੀਬਨ 8-10 ਬੱਚੇ ਐਸੇ ਨੇ ਜਿਹੜੇ ਰੋਜ਼ ਇਹ ਸੇਵਾ ਨਿਭਾ ਰਹੇ ਨੇ। ਮੈਂ ਇਹ ਵੀ ਕੋਸ਼ਿਸ਼ ਕਰ ਰਹੇ ਹਾਂ, ਅਸੀਂ ਪ੍ਰਬੰਧ ਕੋਸ਼ਿਸ਼ ਕਰ ਰਹੇ ਹਾਂ, ਮੈਂ ਤਾਂ ਨਹੀਂ, ਕਿ ਅਸੀਂ ਇਹੋ ਜਿਹਾ ਪ੍ਰਚਾਰ ਅੱਗੇ ਨੌਜਵਾਨ ਪੀੜ੍ਹੀ ਤੱਕ ਉਹਨਾਂ ਨੂੰ ਲੈ ਕੇ ਜਾਈਏ। ਔਰ ਇਹ ਕੋਈ ਮਾਯੂਸੀ ਦੀ ਗੱਲ ਨਹੀਂ ਹੈ, ਇਹ ਜਿਹੜਾ ਫੁੱਲ ਖਿੜਿਆ ਹੈ, ਇੱਕ ਦਰਖਤ ਜ਼ਰੂਰ ਬਣੇਗਾ, ਸਾਨੂੰ ਉਹਦੀ ਪੂਰੀ ਆਸ ਹੈ। ਦਰਖਤ ਬਣੇਗਾ। ਬਾਬਾ ਜੀ, ਖੁੱਡਾ ਵਾਲੀ ਸ਼ੇਰ 'ਚ ਵੀ ਨਾਅਰੇ, ਸੈਕਟਰ 17 'ਚ ਵੀ ਨਾਅਰੇ, ਬਾਬਾ ਗੁਰਦਿਆਲ ਸਿੰਘ ਦੇ ਪੱਲੇ ਪੰਜਾਬੀ ਤਾਂ ਪਈ ਨਹੀਂ। ਹਾਂਜੀ, ਇਹ ਤਾਂ ਗੱਲ ਖੈਰ, ਅਸੀਂ ਤਾਂ ਉਪਰਾਲਾ ਕਰਨਾ ਸਾਡਾ ਫਰਜ਼ ਬਣਦਾ, ਕਿਉਂਕਿ ਪੰਜਾਬੀ ਜੋ ਸਾਡੀ ਕਿੰਨੇ ਸਾਲ ਉਪਰਾਲਾ ਕਰੋਗੇ? 50 ਸਾਲ ਤੋਂ ਉੱਪਰ ਹੋ ਗਏ। ਨਹੀਂ, ਉਪਰਾਲਾ ਤਾਂ ਕਰਨਾ ਹੀ ਪੈਣਾ ਜੀ ਇਹ, ਕਿਉਂਕਿ ਸਾਡੇ ਪਿੰਡ ਦੇ ਵਿੱਚ ਬੀਬੀਆਂ ਵੀ, ਸੁਖਮਨੀ ਸਾਹਿਬ ਦੀਆਂ ਬੀਬੀਆਂ ਜੋ, ਉਹ ਸਭ ਤੋਂ ਵੱਧ ਇੱਥੇ ਜਿਹਦੇ ਪੰਜਾਬੀ ਮੰਚ ਦਾ ਕੋਈ ਵੀ ਪ੍ਰੋਗਰਾਮ ਹੁੰਦਾ ਉਹਦੇ ਵੱਧ ਚੜ੍ਹ ਕੇ ਹਿੱਸਾ ਲੈਂਦੀਆਂ। ਪਰ ਅਸੀਂ ਹਰੇਕ ਗੁਰਦੁਆਰਾ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਬੀਬੀਆਂ ਨੂੰ ਵੀ ਜਾਗਰੂਕ ਕਰਕੇ ਗੁਰੂ ਅਰਜਨ ਸਾਹਿਬ ਜੀ ਦਾ ਜੋ ਸ਼ਹੀਦੀ ਗੁਰਪੁਰਬ ਆ ਰਿਹਾ ਹੈ, ਉਹਦੇ ਸੰਬੰਧ ਦੇ ਵਿੱਚ 40 ਦਿਨ ਦੇ ਜਾਪ ਰੱਖੇ ਹੋਏ ਨੇ ਬੀਬੀਆਂ ਨੇ। ਇਸ ਕਰਕੇ ਸਾਰੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਬੇਨਤੀ ਹੈ, ਜਿਹੜੇ ਆਏ ਤਾਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ, ਪਰ ਹੋਰਾਂ ਨੂੰ ਵੀ ਨਾਲ ਲੈ ਕੇ, ਤਾਰਾ ਸਿੰਘ ਨੂੰ, ਆਪਣੇ ਸਾਧੂ ਸਿੰਘ ਨੂੰ, 34 ਸੈਕਟਰ ਵਾਲਿਆਂ ਨੂੰ, ਸਾਰਿਆਂ ਨੂੰ ਅਸੀਂ ਨਾਲ ਲੈ ਕੇ ਤੁਰਾਂਗੇ, ਕਿਉਂਕਿ ਸਾਨੀ ਸਾਹਿਬ ਦੇ ਨਾਲ ਹੈ। ਹੋਰ ਵੀ ਗੁਰਦੁਆਰਾ ਪ੍ਰਬੰਧਕ ਸਾਰੇ ਨਾਲ ਹੈ ਸਾਡੇ, ਪਰ ਹੋਰ ਵੀ ਜਿਹੜੇ ਵੀ ਰਹਿ ਗਏ ਸਾਡੇ ਕੋਲੋਂ, ਅਸੀਂ ਉਹਨਾਂ ਨੂੰ ਬੇਨਤੀ ਕਰਕੇ ਜ਼ਰੂਰ ਇੱਥੇ ਪੰਜਾਬੀ ਮੰਚ ਵਿੱਚ ਲਿਆ ਕੇ ਉਹਨਾਂ ਨੂੰ ਸਰਕਾਰ ਵਿਰੁੱਧ ਖੜ੍ਹਾ ਕਰਾਂਗੇ, ਕਿਉਂਕਿ ਸਾਡੀ ਮਾਂ ਬੋਲੀ
ਜਿਉਂਦੀ ਰੱਖਣੀ ਹੈ। ਗੁਰੂ ਗ੍ਰੰਥ ਸਾਹਿਬ ਦਾ ਮਾਂ ਬੋਲੀ ਗੁਰਮੁਖੀ ਵਿੱਚ ਹੈ, ਅਸੀਂ ਇਸ ਨੂੰ ਜਿਉਂਦਾ ਰੱਖਾਂਗੇ। ਬਾਬਾ ਗੁਰਦਿਆਲ ਕਹਿੰਦਾ ਮਾਂ ਬੋਲੀ ਨੂੰ ਜਿਉਂਦੀ ਰੱਖਾਂਗੇ। ਇੱਕ ਨਾਂ ਸੁਣਿਆ ਹੋਊਗਾ ਬਲਜੀਤ ਸਿੰਘ ਖਾਲਸਾ, ਜਿਹੜਾ ਜਦੋਂ ਪ੍ਰਸ਼ਾਸਨ ਨਾਅਰਿਆਂ ਦੀ ਆਵਾਜ਼ ਨਹੀਂ ਸੁਣਦਾ ਤਾਂ ਫਿਰ ਬਲਜੀਤ ਸਿੰਘ ਖਾਲਸਾ ਇੱਕ ਡੱਬਾ ਚੱਕਦਾ ਕਾਲੇ ਪੇਂਟ ਦਾ, ਤੇ ਫਿਰ ਇਹਨੂੰ ਗੁੱਸਾ ਚੜ੍ਹ ਜਾਂਦਾ, ਤੇ ਜਿਹੜੇ ਸਰਕਾਰੀ ਦਫ਼ਤਰ 'ਚ ਪੰਜਾਬੀ ਨਹੀਂ ਦਿਖਦੇ ਉੱਥੇ ਪੋਚਾ ਫੇਰ ਦਿੰਦਾ। ਖਾਲਸਾ ਜੀ, ਪੋਚੇ ਨਾਮ ਦੀ ਗੱਲ ਨਹੀਂ ਬਣੀ। ਦੇਖੋ, ਪੰਜਾਬੀ ਲੋਕ ਪੂਰੀ ਦੁਨੀਆ ਦੇ ਵਿੱਚ ਸੂਰਬੀਰਤਾ, ਬਹਾਦਰੀ ਤੇ ਦਲੇਰੀ ਲਈ ਜਾਣੇ ਜਾਂਦੇ ਆ। ਪੋਚਾ ਨਾਲ ਇੰਨੀ ਤੇ ਘੱਟੋ ਘੱਟ ਗੱਲ ਬਣੀ ਗਈ ਸਰਕਾਰੀ ਬੋਰਡਾਂ ਦੇ, ਜਿੱਤੇ ਕਿਤੇ ਵੀ ਕਿਸੇ ਵੀ ਕੀਮਤ ਤੇ ਸਰਕਾਰ ਪੰਜਾਬੀ ਲਿਖਣ ਲਈ ਤਿਆਰ ਨਹੀਂ ਸੀਗੀ, ਉੱਥੇ ਹਿੰਦੀ ਅੰਗਰੇਜ਼ੀ ਸਭ ਉਡਾਤੀ ਤੇ ਪੰਜਾਬੀ ਵੀ ਬਰਾਬਰ 'ਚ ਲਿਖਣੀ ਪਈ। ਇੰਨੀ ਪ੍ਰਾਪਤੀ ਤੇ ਹੋਈ ਆ। ਦੂਜੀ ਗੱਲ, ਮੈਂ ਸਿਰਫ ਪੰਜਾਬੀ ਦੇ ਮਸਲੇ 'ਚ ਨਹੀਂ, ਜਿਸ ਵੇਲੇ ਇੱਥੇ ਦੇ ਸਿੱਖ ਨੌਜਵਾਨਾਂ ਨੂੰ ਚੁੱਕ ਕੇ ਪੁਲਿਸ ਮਾਰਦੀ ਸੀਗੀ, ਗਾਇਬ ਕਰਦੀ ਸੀਗੀ, ਉਹਨਾਂ ਨੂੰ ਛੁਡਾਉਣ ਵਾਸਤੇ ਵੀ ਹਮੇਸ਼ਾ ਅੱਗੇ ਹੋ ਕੇ ਲੜਾਈ ਲੜੀ ਤੇ ਜਿੱਤ ਪ੍ਰਾਪਤ ਕੀਤੀ। ਇਹ ਬਾਬਾ ਗੁਰਦਿਆਲ ਸਿੰਘ ਜੀ, ਇਹ ਵੀ ਜਿਸ ਵੇਲੇ ਜਵਾਨੀ ਸੀਗੇ ਪੁਲਿਸ ਨੇ ਚੁੱਕ ਕੇ ਗਾਇਬ ਕਰਤੇ ਸੀਗੇ, ਇਹ ਵੀ ਮੇਰੇ ਵੱਲੋਂ ਹੀ ਛੁਡਾਏ ਗਏ ਸੀਗੇ। ਹੁਣ ਵੀ ਮੈਂ ਇਹ ਵਾਅਦਾ ਕਰਦਾ, ਜੇ ਪੰਜਾਬ ਦੇ ਪੰਜਾਬੀਆਂ ਦੇ ਲੀਡਰ ਮੇਰਾ ਥੋੜ੍ਹਾ ਜਿਹਾ ਸਾਥ ਦੇਣ ਤੇ ਪਹਿਲੇ ਹੱਲੇ ਆਪਾਂ ਚੰਡੀਗੜ੍ਹ ਦੇ ਵਿੱਚ ਪੰਜਾਬੀ ਲਾਗੂ ਕਰਾਂਗੇ। ਬਲਦੇਵ ਜੀ, ਇਹ ਦੱਸੋ, ਤੁਹਾਨੂੰ ਪਿਛਲੇ ਸਮੇਂ 'ਚ ਜਦੋਂ ਤੁਸੀਂ ਉਹ ਪੋਚਾ ਲੈ ਕੇ ਤੁਰ ਪੈਂਦੇ ਸੀ, ਤੁਹਾਨੂੰ ਥਾਣਿਆਂ 'ਚ ਬਹੁਤ ਦੇਖਿਆ, ਕੋਰਟਾਂ 'ਚ ਦੇਖਿਆ, ਜੇਲ੍ਹਾਂ ਵੀ ਕੱਟੀਆਂ ਤੇ ਜੁਰਮਾਨੇ ਵੀ ਹੋਏ। ਮੈਨੂੰ ਇੱਕ ਵਾਰ ਨਹੀਂ, ਅਨੇਕਾਂ ਵਾਰ ਚੰਡੀਗੜ੍ਹ ਦਾ ਕੋਈ ਥਾਣਾ ਐਸਾ ਨਹੀਂ ਜਿਹਦੇ 'ਚ ਪੰਜਾਬੀ ਦੇ ਮਾਮਲੇ 'ਚ ਮੇਰੇ ਖਿਲਾਫ ਪਰਚਾ ਦਰਜ ਨਾ ਹੋਇਆ ਹੋ, ਤੇ ਹਰ ਕੋਰਟ ਨੇ ਮੈਨੂੰ ਜੁਰਮਾਨਾ ਵੀ ਕੀਤਾ, ਜੇਲ੍ਹ ਵੀ ਭੇਜਿਆ, ਪਰ ਮੈਂ ਡਟਿਆ ਰਿਹਾ। ਪਰ ਮੈਨੂੰ ਅਫਸੋਸ ਹੈ ਵੀ ਸ਼੍ਰੋਮਣੀ ਕਮੇਟੀ, ਸ਼੍ਰੋਮਣੀ ਅਕਾਲੀ ਦਲ, ਜਿਹੜੇ ਪੰਜਾਬੀ ਤੇ ਪੰਜਾਬੀਅਤ ਦੇ ਸਭ ਤੋਂ ਵੱਡੇ ਝੰਡਾ ਬਰਦਾਰ ਆਪਣੇ ਆਪ ਨੂੰ ਅਖਵਾਉਂਦੇ ਆ, ਉਹਨਾਂ ਨੇ ਕਦੀ ਵੀ ਕਿਸੇ ਮਾਮਲੇ 'ਚ ਸਾਥ ਨਹੀਂ ਦਿੱਤਾ, ਕਦੀ ਜ਼ਮਾਨਤ ਕਰਾਉਣ ਦੀ ਲੋੜ ਨਹੀਂ ਸਮਝੀ। ਜੇ ਪੰਜਾਬੀ ਦੇ ਅਖਵਾਉਣ ਵਾਲੇ ਝੰਡਾ ਬਰਦਾਰ ਭਾਵੇਂ ਕਿਸੇ ਵੀ ਪਾਰਟੀ ਦੇ ਹੋਣ, ਪੰਜਾਬੀ ਦੇ ਲੀਡਰ ਮੇਰਾ ਇੱਕ ਵਾਰ ਸਾਥ ਦੇਣ ਤੇ ਆਪਾਂ ਕੇਂਦਰ ਸਰਕਾਰ ਦੀ ਧੌਣ ਦੇ ਗੋਡਾ ਰੱਖ ਕੇ ਪਹਿਲੇ ਹੱਲੇ। ਬਾਬਾ ਖਾਲਸਾ ਜੀ ਕਹਿੰਦੇ ਵੀ ਧੌਣ ਤੇ ਗੋਡਾ ਰੱਖਦਾ। ਇੱਕ ਨਾਂ ਹੈ ਕਾਮਰੇਡ ਦੇਵੀ ਦਿਆਲ ਸ਼ਰਮਾ, ਕਹਿੰਦੇ ਵੀ ਉਹ 80ਵੇਂ ਸਾਲ ਤੇ ਪਹੁੰਚ ਕੇ ਵੀ ਟਿਕਦਾ ਨਹੀਂ, ਨਾ ਕਿਸੇ ਨੂੰ ਟਿਕਣ ਦਿੰਦਾ। ਬਾਬਾ ਜੀ, ਕਿੰਨੀ ਕਾਸ ਹੈ, ਕਿੰਨਵੇਂ ਸਾਲ 'ਚ ਜਾ ਕੇ ਲਾਗੂ ਕਰਵਾਓਗੇ? ਜਿੱਥੋਂ ਤੱਕ ਆਸ ਦੀ ਗੱਲ ਹੈ ਉਹ ਤਾਂ 100% ਆਸ ਹੈ, ਤੇ ਜਿੱਥੋਂ ਤੱਕ ਕਿੰਨੇ ਕੁ ਸਾਲ 100% ਆਸ ਹੈ 100ਵੇਂ ਸਾਲ 'ਚ ਕਿ ਜਲਦੀ ਕਰਾ ਲੋਗੇ? 100% ਆਸ ਹੈ ਕਿ ਚੰਡੀਗੜ੍ਹ ਦੇ ਵਿੱਚ ਪੰਜਾਬੀ ਭਾਸ਼ਾ ਨੂੰ ਪਹਿਲੀ ਭਾਸ਼ਾ ਦਾ ਦਰਜਾ ਮਿਲੇ, ਔਰ ਦੂਸਰੀ ਇਹ ਵੀ 100% ਆਸ ਹੈ ਕਿ ਸਾਨੂੰ ਛੇਤੀ ਇਹ ਸਾਲ ਡੇਢ ਸਾਲ 'ਚ ਇਹ ਮਿਲੇਗਾ, ਕਿਉਂਕਿ ਚੰਡੀਗੜ੍ਹ ਦੇ ਵਿੱਚ ਲੋਕ ਗੁਰਦੁਆਰਿਆਂ ਦਾ ਸਾਥ ਵੀ ਸਾਨੂੰ ਵਧਿਆ, ਲੋਕ ਪਿੰਡਾਂ ਦਾ ਸਾਥ ਵੀ ਵਧਿਆ, ਤੇ ਲੋਕ ਸਾਡੇ ਨਾਲ ਜੁੜ ਰਹੇ ਆ ਤੇ ਸਮਝ ਵੀ ਰਹੇ ਆ। ਇਸ ਵਾਸਤੇ ਮੈਨੂੰ ਉਮੀਦ ਹੈ ਕਿ ਅਸੀਂ ਛੇਤੀ ਹੀ ਪਹਿਲੀ ਭਾਸ਼ਾ ਦਾ ਦਰਜਾ ਦਿਲਵਾ ਲਵਾਂਗੇ। ਤੁਹਾਨੂੰ ਕਹਿੰਦਾ ਕੀ ਹੈ ਪ੍ਰਸ਼ਾਸਨ ਜਦੋਂ ਤੁਸੀਂ ਤਰਕ ਦਿੰਦੇ ਜੇ? ਸੰਵਿਧਾਨ ਵੀ ਇਹਦੀ ਆਗਿਆ ਨਹੀਂ ਦਿੰਦੀ। ਪੰਜਾਬ ਦੇ ਚੰਡੀਗੜ੍ਹ ਦੇ 13 ਲੱਖ ਲੋਕਾਂ ਦੇ ਵੀ ਭਾਸ਼ਾ ਅੰਗਰੇਜ਼ੀ ਨਹੀਂ ਗੀ ਮਾਂ ਬੋਲੀ, ਫਿਰ ਪ੍ਰਸ਼ਾਸਨ ਕੀ ਇਹਦੇ ਬਾਰੇ ਜਵਾਬ ਦਿੰਦਾ? ਝੂਠਿਆਂ ਦਾ ਵੀ ਤਰਕ ਹੁੰਦੇ ਆ। ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਔਰ ਕੇਂਦਰੀ ਜਿਹੜੀ ਸਰਕਾਰ ਹੈ, ਉਹ ਤਰਕ ਸਿਰਫ ਇਹ ਹੈ ਕਿ ਚੰਡੀਗੜ੍ਹ ਦੇ ਵਿੱਚ ਲੋਕ ਵਸਦੇ ਆ, ਉਹਨਾਂ ਨੂੰ ਕੋਈ ਇਤਰਾਜ਼ ਨਹੀਂ। ਤੁਹਾਨੂੰ ਕੀ ਇਤਰਾਜ਼ ਹੋ ਸਕਦਾ? ਉਹ ਤਾਂ ਲੋਕ ਅੰਗਰੇਜ਼ੀ ਨੂੰ ਅਸੀਂ ਵੀ ਕਹਿੰਦੇ ਹਾਂ, ਅਸੀਂ ਕੋਈ ਅੰਗਰੇਜ਼ੀ ਨੂੰ ਨਫ਼ਰਤ ਨਹੀਂ ਕਰਦੇ, ਨਾ ਹੀ ਹਿੰਦੀ ਤੋਂ ਨਫ਼ਰਤ ਕਰਦੇ। ਅਸੀਂ ਕਹਿੰਦੇ ਹਾਂ ਕਿ ਦਫ਼ਤਰ ਦੀ ਕੰਮਕਾਰ ਦੀ ਭਾਸ਼ਾ ਜਿਵੇਂ ਹਿੰਦੁਸਤਾਨ ਦੇ ਦੂਸਰਿਆਂ ਸੂਬਿਆਂ 'ਚ ਹੈ ਕਿ ਉੱਥੋਂ ਦੀ ਖੇਤਰੀ ਭਾਸ਼ਾ ਹੁੰਦੀ ਹੈ, ਇੱਥੇ ਪੰਜਾਬੀ ਕੀਤੀ ਹੈ। ਕੀ ਅਗਲਾ ਕੀ ਪ੍ਰੋਗਰਾਮ? ਅਗਲਾ ਅਸੀਂ 30 ਜੂਨ ਨੂੰ ਇੱਥੇ 2 ਘੰਟੇ ਦਾ ਧਰਨਾ ਮਾਰ ਰਹੇ ਹਾਂ, ਉਸ ਤੋਂ ਬਾਅਦ ਅਸੀਂ ਅਗਲੇ ਪ੍ਰੋਗਰਾਮ ਉਲੀਕਾਂਗੇ। ਸੋ ਇਸੇ ਤਰ੍ਹਾਂ ਹੋਰ ਵੀ ਕਈ ਮੈਡਮ, ਤੁਸੀਂ ਵੀ ਭੈਣ ਅਕਸਰ ਦੇਖਿਆ ਨਾਅਰੇ ਲਾਉਂਦੇ ਜੇ, ਪਿੰਡ ਬਹਿਲਾਣਾ ਤੋਂ ਆਉਂਦੇ ਜੇ, ਗਲਾ ਸੁੱਜਿਆ ਨਹੀਂ ਹਾਲੇ, ਜਾਨ ਹੈਗੀ ਆ? ਬਿਲਕੁਲ ਜਾਣ ਹੈ। ਸਭ ਤੋਂ ਪਹਿਲਾਂ ਤਾਂ ਮੈਂ ਸਮਰ ਤੁਹਾਡੇ ਨਿਊਜ਼ ਦਾ ਧੰਨਵਾਦ ਕਰਨਾ ਚਾਹਾਂਗੀ। ਤੁਸੀਂ ਹਰ ਸਮੇਂ 'ਤੇ ਸਾਡੇ ਨਾਲ ਆ ਕੇ ਖੜ੍ਹਦੇ ਹੋ ਅਤੇ ਸਾਡੀ ਗੱਲ ਪ੍ਰਸ਼ਾਸਨ ਤੱਕ ਅਤੇ ਹੋਰ ਲੋਕਾਂ ਤੱਕ ਪਹੁੰਚਾਉਂਦੇ ਹੋ। ਤੁਸੀਂ ਗਲਾ ਸੁੱਕਣ ਦੀ ਗੱਲ ਕੀਤੀ ਹੈ, ਅਸੀਂ ਪੰਜਾਬੀ ਹਾਂ, ਕਦੇ ਡਰੇ ਨਹੀਂ ਹੈ, ਔਰ ਆਪਣੀ ਮੈਂ ਦੇਖਿਆ ਤੁਸੀਂ ਸਿੰਘੂ ਬਾਰਡਰ ਤੇ ਵੀ ਜਾਂਦੇ ਸੀ। ਹਾਂਜੀ, ਅਸੀਂ ਕਿਸਾਨੀ ਅੰਦੋਲਨ 'ਚ ਵੀ ਜਾਂਦੇ ਰਹੇ ਹਾਂ। ਦੇਖੋ, ਉੱਥੇ ਜਿੱਤ ਜ਼ਰੂਰ ਜਦੋਂ ਅਸੀਂ ਰਲ ਕੇ ਚੱਲਾਂਗੇ, ਜਿਸ ਤਰ੍ਹਾਂ ਅੱਜ ਸਾਰੀਆਂ ਸੈਕਟਰਾਂ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਪਿੰਡਾਂ ਦੀਆਂ ਇਕੱਠੀਆਂ ਹੋ ਕੇ ਆਈਆਂ ਹੈ, ਤਾਂ ਇਸ ਤਰ੍ਹਾਂ ਇੱਥੋਂ ਪ੍ਰਚਾਰ ਹੋਏਗਾ, ਲੋਕਾਂ 'ਚ ਹੋਰ ਜਾਗਰੂਕਤਾ ਆਏਗੀ, ਤਾਂ ਅਸੀਂ ਇਸ ਲੜਾਈ ਨੂੰ ਜ਼ਰੂਰ ਜਿੱਤਾਂਗੇ। ਅਸੀਂ ਆਪਣੀ ਮਾਂ ਬੋਲੀ ਨੂੰ
ਪੰਜਾਬੀ ਨੂੰ ਇੱਥੇ ਪ੍ਰਸ਼ਾਸਕੀ ਭਾਸ਼ਾ ਦਾ ਹੱਕ ਦਿਵਾ ਕੇ ਹੀ ਰਵਾਂਗੇ। ਅਸੀਂ ਕਿਸੇ ਭਾਸ਼ਾ ਦੇ ਖਿਲਾਫ ਨਹੀਂ ਹੈ, ਵੱਧ ਤੋਂ ਵੱਧ ਭਾਸ਼ਾ ਸਿੱਖਣੀਆਂ ਚਾਹੀਦੀਆਂ, ਪਰ ਪੰਜਾਬੀ ਸਾਡੀ ਮਾਂ ਬੋਲੀ ਹੈ, ਇਸ ਨੂੰ ਅਸੀਂ ਜ਼ਰੂਰ ਬਣਦਾ ਹੱਕ ਦਿਵਾ ਕੇ ਹੀ ਰਵਾਂਗੇ। ਇੱਕ ਮਹਿਲਾ ਜੇ ਮਾਂ ਵੀ ਜੇ, ਜਦੋਂ ਮਾਂ ਖੋਈ ਜਾਵੇ ਬੱਚਿਆਂ ਕੋਲੋਂ ਤੜਫਦਾ, ਉੱਦਾਂ ਤੜਫ ਨਹੀਂ ਪੈਦਾ ਹੁੰਦੀ ਕਿਤੇ? ਬਿਲਕੁਲ ਤੜਫ ਪੈਦਾ ਹੁੰਦੀ ਹੈ। ਤਾਂ ਹੀ ਦੇਖੋ ਤੁਸੀਂ ਜਿਸ ਤਰ੍ਹਾਂ ਕਿਹਾ ਹੈ ਵੀ ਤੁਹਾਨੂੰ ਮੈਂ ਬਹੁਤ ਵਾਰ ਦੇਖਿਆ ਨਾਅਰੇ ਲਾਉਂਦਿਆਂ ਨੂੰ, ਜੇ ਤੜਫ ਪੈਦਾ ਹੋ ਰਹੀ ਹੈ ਤਾਂ ਹੀ ਅਸੀਂ ਇਸ ਮੰਚ ਨਾਲ ਜੁੜੇ ਹਾਂ। ਇਸ ਮੰਚ ਦੀ ਵੀ ਇਹ ਮੰਚ ਅੱਗੇ ਵੱਧ ਰਿਹਾ ਹੈ, ਇਸ ਮੰਚ ਨਾਲ ਵੱਧ ਤੋਂ ਵੱਧ ਲੋਕ ਜੁੜ ਰਹੇ ਆ। ਸਾਡੀਆਂ ਬਹੁਤ ਸਾਰੀਆਂ ਪ੍ਰਾਪਤੀਆਂ ਹੋਈਆਂ, ਜਿਸ ਤਰ੍ਹਾਂ ਚੰਡੀਗੜ੍ਹ ਦੇ ਥਾਣੇ ਵਿੱਚ ਵੀ ਹੁਣ ਤੁਸੀਂ ਦੇਖਿਆ ਹੈ ਕਿ ਉੱਪਰ ਸਭ ਤੋਂ ਜ਼ਿਆਦਾ ਉੱਪਰ ਪੰਜਾਬੀ ਲਿਖੀ ਗਈ ਹੈ। ਪਹਿਲੋਂ ਪੰਜਾਬੀ ਚੰਡੀਗੜ੍ਹ ਪੁਲਿਸ ਦੇ ਕੰਪਿਊਟਰਾਂ ਵਿੱਚ ਤੁਹਾਡੀ ਪੰਜਾਬੀ ਨਹੀਂ ਹੈਗੀ, ਉੱਥੇ ਹਿੰਦੀ ਤੇ ਅੰਗਰੇਜ਼ੀ ਹੈ। ਸ਼ਰਨਜੀਤ ਜੀ, ਕੀ ਅਗਲੀ ਜੁਗਤ ਹੈ? ਅਗਲੀ ਜੁਗਤ ਇਹੀ ਹੈ ਜੀ ਕਿ ਅਸੀਂ ਡਟ ਕੇ ਲੜ ਰਹੇ ਹਾਂ ਔਰ ਅਸੀਂ ਪੰਜਾਬੀ ਲਾਗੂ ਕਰਾ ਕੇ ਹੀ ਰਹਾਂਗੇ, ਕਿਉਂਕਿ ਮਾਂ ਹੈ। ਮਾਂ ਤੋਂ ਬਿਨਾਂ ਤੁਸੀਂ ਅਨਾਥ ਬੱਚੇ ਨੂੰ ਪੁੱਛ ਕੇ ਦੇਖੋ ਕਿ ਮਾਂ ਦੀ ਕੀਮਤ ਕਿਆ ਹੁੰਦੀ ਹੈ। ਜਿਨ੍ਹਾਂ ਦੇ ਕੋਲ ਮਾਂ ਹੈਗੀ ਨਹੀਂ ਨਾ, ਉਹਨਾਂ ਨੂੰ ਪਤਾ ਚੱਲੇਗਾ ਕਿ ਮਾਂ ਦੀ। ਤੁਹਾਡਾ ਜਿਗਰਾ ਵੀ ਬਹੁਤ ਆ। ਤੁਹਾਡੀ ਮਾਂ ਤੇ 1 ਨਵੰਬਰ 1966 ਤੋਂ 55 ਸਾਲਾਂ ਤੋਂ ਖੋਈ ਹੈ। ਅਸੀਂ ਉਸ ਤੋਂ ਬਾਅਦ ਜੀ ਜਦੋਂ ਅਸੀਂ ਸੋਝੀ ਸੰਭਾਲੀ ਹੈ, ਅਸੀਂ ਉਦੋਂ ਲੜ ਰਹੇ। ਸ਼ਰਮਾ ਜੀ ਸਾਡੇ ਪਿਛਲੇ 20 ਸਾਲ ਤੋਂ ਲੱਗੇ ਹੋਏ ਹੈ, ਲੇਕਿਨ ਅਸੀਂ ਉਸ ਟਾਈਮ ਇਹ ਮੋਰਚਾ ਜਾਰੀ ਰੱਖਣਾ ਜਦੋਂ ਤੱਕ ਅਸੀਂ ਜਿੱਤ ਨਹੀਂ ਜਾਂਦੇ। ਔਰ ਅਸੀਂ ਆਪਣੀ ਮਾਂ ਬੋਲੀ ਤਾਂ ਲੈ ਕੇ, ਕਿਉਂ ਮਾਂ ਨਹੀਂ ਅਸੀਂ ਛੱਡ ਸਕਦੇ, ਕਿਉਂਕਿ ਸਾਡਾ ਮਾਂ ਦੇ ਨਾਲ ਹੀ ਸਾਰਾ ਵਜੂਦ ਹੈ। ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ, ਸਾਰੀ ਸਾਡੀ ਮਾਂ ਬੋਲੀ ਦੇ ਵਿੱਚ ਹੀ ਹੈਗੀ ਹੈ। ਜੇ ਸਾਡੀ ਮਾਂ ਬੋਲੀ ਨਹੀਂ ਤਾਂ ਬੱਚੇ ਦੀ ਉਹਦੀ ਕਿਆ ਵੈਲਿਊ ਰਹੇਗੀ? ਮਾਂ ਤੋਂ ਬਿਨਾ ਬੱਚੇ ਨਹੀਂ ਕਦੇ ਵੀ ਪਾਲੇ ਜਾਂਦੇ, ਨਾ ਹੀ ਉਹ ਰਹਿੰਦੇ, ਨਾ ਉਹਨਾਂ ਦਾ ਭਵਿੱਖ ਹੁੰਦਾ। ਜਿਹਦੀ ਮਾਂ ਹੀ ਨਹੀਂ ਤਾਂ ਉਹਦਾ ਭਵਿੱਖ ਵੈਸੇ ਹੀ ਖਤਰਨਾਕ ਹੈਗਾ। ਤਾਂ ਇਸ ਕਰਕੇ ਅਸੀਂ ਮਾਂ ਬੋਲੀ ਵਾਸਤੇ ਹਮੇਸ਼ਾ ਹੀ ਲੜੇ ਹਾਂ ਔਰ ਲੜਾਂਗੇ, ਔਰ ਅੱਗੇ ਵਾਸਤੇ ਅਸੀਂ ਇਹਦਾ ਪ੍ਰਚਾਰ ਵੀ ਕੱਢ ਕੇ ਕਰਾਂਗੇ। ਔਰ ਜਿੰਨੇ ਵੀ ਅੰਦੋਲਨ ਹੋਣਗੇ ਅਸੀਂ ਕਰੂੰਗੇ। ਅਸੀਂ ਕਿਸਾਨ ਅੰਦੋਲਨ ਦੇ ਵਿੱਚ ਵੀ ਇਸ ਚੀਜ਼ ਨੂੰ ਅੱਗੇ ਰੱਖਿਆ ਕਿ ਸਾਡੀ ਮਾਂ ਬੋਲੀ ਸਾਰਿਆਂ ਵਾਸਤੇ। ਮਾਂ ਬੋਲੀ ਕੋਈ ਐਦਾਂ ਨਹੀਂ ਕਿ ਪੰਜਾਬੀਆਂ ਦੀ ਹੋਵੇ, ਹਰ ਧਰਮ ਜਾਤ ਦੇ ਬੰਦੇ ਇਹਦੇ ਨਾਲ ਜੁੜੇ ਹੋਏ ਹੈ, ਕਿਉਂਕਿ ਉਹ ਬੰਦੇ ਇੱਥੇ ਰਹਿੰਦੇ ਆ। ਅਸੀਂ ਸਾਰੇ ਹਿੰਦੂ, ਸਿੱਖ, ਈਸਾਈ, ਮੁਸਲਿਮ ਭਾਈ ਸਾਰੇ, ਉਹ ਸਾਰੇ ਪੰਜਾਬੀਓ ਬੋਲਦੇ ਆ ਔਰ ਉਹਨਾਂ ਦੀ ਐਡੀ ਸੋਹਣੀ ਪੰਜਾਬੀ ਹੈਗੀ ਹੈ। ਅਤੇ ਜੋ ਭਾਸ਼ਾ ਤੁਹਾਨੂੰ ਆਪਣਾ ਦਿਲ ਦੇ ਗਹਿਰਾਈਆਂ ਤੋਂ ਵਿੱਚੋਂ ਨਿਕਲਦੀ ਹੋਏ ਨਾ, ਤੁਸੀਂ ਉਹਦੇ ਨਾਲ ਹੀ ਤਰੱਕੀ ਕਰ ਸਕਦੇ ਆ, ਉਹਦੇ ਨਾਲ ਹੀ ਤੁਸੀਂ ਸਾਰਾ ਕੁਝ ਸਮਝ ਸਕਦੇ ਆ, ਉਸ ਦੇ ਨਾਲ ਹੀ ਤੁਸੀਂ ਅੱਗੇ ਜਾ ਕੇ ਆਪਣੀ ਜ਼ਿੰਦਗੀ 'ਚ ਤਰੱਕੀ ਕਰੋਗੇ, ਸਾਇੰਟਿਸਟ ਬਣੋਗੇ, ਜੋ ਵੀ ਬਣੋਗੇ। ਜਿੰਨੇ ਵੀ ਬਣੇ ਇਹ, ਉਹ ਸਾਰੇ ਆਪਣੀ ਮਾਂ ਬੋਲੀ ਦੇ ਸਿਰ ਦੇ ਉੱਤੇ ਹੀ ਬਣੇ। ਗਿੱਲ ਸਾਹਿਬ, ਤੁਸੀਂ ਤਾਂ ਚਿੰਤਾ ਬੜੀ ਵਧਾਤੀ, 2 ਸਿਉਂਕ ਵਾਲੀ ਗੱਲ ਕਰਕੇ, ਤੇ ਆਸਟ੍ਰੇਲੀਆ ਆਇਆ ਤੇ ਇੱਥੋਂ ਮਾਂ ਬੋਲੀ ਖੁਆ ਕੇ ਚੱਲ ਗਿਆ। ਪਰ ਸ਼ਰਨਜੀਤ ਹੋਣੀ ਹਾਲੇ ਵੀ ਆਸਮਾਨ ਦੇ 2 ਪਾਂਜੇ, 55 ਸਾਲ ਹੋ ਗਏ ਤੁਹਾਡੇ ਕੋਲੋਂ ਮਾਂ ਬੋਲੀ ਖੋਲੀ ਹੈ, ਕਿੰਨਾ ਕੁ ਹੋਰ ਸਬਰ ਕਰੋਗੇ? ਸਬਰ ਤਾਂ ਜੀ ਹੁਣ ਤਾਂ ਫਿਰ ਅਖੀਰ ਜਿਹੜਾ ਹੁੰਦਾ, ਜਦ ਸਾਰੇ ਸਾਧਨ ਫੇਲ ਹੋ ਜਾਣ, ਫਿਰ ਤਾਂ ਤਲਵਾਰ ਚੱਕਣ ਵਾਲੀ ਗੱਲ ਹੀ ਹੁੰਦੀ ਹੈ। ਫਿਰ ਕੁਰਬਾਨੀਆਂ ਲਈ ਤਿਆਰ ਹੋਵਾਂਗੇ, ਕੁਰਬਾਨੀਆਂ ਦਿਆਂਗੇ, ਉਹਨਾਂ ਦੀਆਂ ਅੱਖਾਂ ਖੋਲਾਂਗੇ ਤੇ ਜਿੱਤ ਪ੍ਰਾਪਤ ਕਰਾਂਗੇ। ਕੀ ਡਿਸਾਈਡ ਕੀਤਾ ਜੀ ਮੀਟਿੰਗ 'ਚ? ਅੱਜ ਤੁਸੀਂ ਵੀ ਆਪਣੀ ਗੱਲ ਕਹੀ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਤਾਂ ਸਰਕਾਰ ਨੂੰ ਪੁੱਛਣਾ ਚਾਹੁੰਦਾ ਹੈ ਕਿ ਜਦੋਂ ਦੂਸਰੇ ਸਟੇਟਾਂ ਵਿੱਚ ਉਹਨਾਂ ਦੀ ਮਾਂ ਬੋਲੀ ਦਫ਼ਤਰਾਂ ਵਿੱਚ ਲਾਗੂ ਕੀਤੀ ਹੈ ਤਾਂ ਚੰਡੀਗੜ੍ਹ ਵਿੱਚ ਕਿਉਂ ਨਹੀਂ ਕੀਤੀ? ਸਾਡੇ ਨਾਲ ਕਿਉਂ ਇਹ ਧੱਕਾ ਕੀਤਾ ਜਾਂਦਾ ਹੈ? ਅਸੀਂ ਸਰਕਾਰ ਨੂੰ ਪੁੱਛਣਾ ਚਾਹੁੰਦੇ ਹਾਂ, ਜਿਸ ਤਰ੍ਹਾਂ ਦੂਸਰੇ ਸਟੇਟਾਂ ਵਿੱਚ ਮਾਂ ਬੋਲੀ ਲਾਗੂ ਕੀਤੀ ਹੈ, ਚੰਡੀਗੜ੍ਹ ਵਿੱਚ ਵੀ ਸਾਡੀ ਪੰਜਾਬੀ ਮਾਂ ਬੋਲੀ ਲਾਗੂ ਕਰਨੀ ਚਾਹੀਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਈ ਇੱਦਾਂ ਦਾ ਪ੍ਰੋਗਰਾਮ ਬਣਾਇਆ ਵੀ ਗੁਰਦੁਆਰਾ ਸਾਹਿਬਾਨ 'ਚ ਜਦੋਂ ਸੰਗਤ ਆਵੇ ਤੇ ਉਹਨਾਂ ਨੂੰ ਤੁਸੀਂ ਅਵੇਅਰ ਕਰੋ, ਸੁਚੇਤ ਕਰੋ ਬੋਲੀ ਬਾਰੇ? ਬਿਲਕੁਲ ਜੀ, ਇਹ ਪ੍ਰੋਗਰਾਮ ਚਲਾਇਆ ਜਾਏਗਾ। ਮੈਂ ਜਿਵੇਂ ਪਹਿਲਾਂ ਵੀ ਕਿਹਾ ਸੀ, ਪ੍ਰਚਾਰਕਾਂ ਦੀ ਡਿਊਟੀ ਲਾਈ ਜਾਏਗੀ ਕਿ ਉਹ ਇਸ ਮੁੱਦੇ ਨੂੰ ਹੁਣ ਪੂਰੀ ਤੌਰ 'ਤੇ ਸੰਗਤ ਦੇ ਵਿੱਚ ਵੀ, ਸਾਡੇ ਆਉਣ ਵਾਲੇ ਜਿਹੜੇ ਨੌਜਵਾਨ ਬੱਚੇ ਗੁਰੂ ਘਰਾਂ ਨਾਲ ਜੁੜੇ ਹੋਏ ਨੇ, ਉਹਨਾਂ ਦੇ ਵਿੱਚ ਲੈ ਕੇ ਆਇਆ ਜਾਏ। ਇਸ ਤਰ੍ਹਾਂ ਦੇ ਉਪਰਾਲੇ ਹੁਣ ਲਗਾਤਾਰ ਚੱਲਣਗੇ ਜਦ ਤੱਕ ਸਾਡਾ ਸੰਘਰਸ਼ ਇਹ ਮਹਾਰਾਜ ਦੀ ਕਿਰਪਾ ਨਾਲ ਸਾਨੂੰ ਕਾਮਯਾਬੀ ਬਖਸ਼ਿਸ਼ ਹੋਏਗੀ, ਤਦ ਤੱਕ ਇਹ ਸਾਰੇ ਪ੍ਰੋਗਰਾਮ ਚੱਲਣਗੇ। ਮੰਚ ਦੇ ਪ੍ਰਧਾਨ ਕੋਲ ਇੱਕ ਵਾਰੀ ਫੇਰ ਚੱਲਦੇ ਹਾਂ। ਸੁਖਜੀਤ ਜੀ, ਗੈਪ ਬਹੁਤ ਪੈ ਗਿਆ, ਸਮਾਂ ਬਹੁਤ ਹੋ ਗਿਆ, ਸਕੂਲਾਂ ਵਿੱਚੋਂ ਪੰਜਾਬੀ ਗਾਇਬ ਹੈ। ਇਹ ਇੰਨਾ ਵੱਡਾ ਗੈਪ, ਮੈਨੂੰ ਲੱਗਦਾ ਇੱਕ ਜਨਰੇਸ਼ਨ ਜਿਹੜੀ ਹੈ ਚੰਡੀਗੜ੍ਹ ਵਸਦੇ ਪੰਜਾਬੀਆਂ ਦੀ, ਉਹ ਮਾਂ ਬੋਲੀ ਤੋਂ ਵਿਹੂਣੀ ਹੋ ਗਈ ਹੈ। ਇੰਨਾ ਵੱਡਾ ਖੱਪਾ ਕਿਵੇਂ ਦੂਰ ਕਰੋਗੇ ਤੁਸੀਂ? ਦੇਖੋ ਜੀ, ਹੋਏਗਾ, ਕਿਉਂਕਿ ਸਾਡੇ ਦਰਮਿਆਨ ਇਸ ਦੌਰਾਨ ਸਾਨੂੰ, ਜਿਵੇਂ ਤੁਸੀਂ ਕਿਹਾ ਵੀ 66 'ਚ ਸਾਡਾ ਇੱਥੇ ਉਜਾੜਾ ਹੁੰਦਾ ਰਿਹਾ, ਉਹ ਇੱਕ ਦੁਕਾਨ ਸੀ ਸਾਡੇ ਉੱਪਰ, ਸਾਡਾ ਉਜਾੜਾ ਹੁੰਦਾ ਰਿਹਾ, ਅਸੀਂ ਉੱਜੜਦੇ ਰਹੇ, ਸ਼ਾਇਦ ਲੋਕ ਆਵਾਜ਼ ਨਹੀਂ ਚੱਕ ਪਏ। ਉਹ ਤੋਂ ਬਾਅਦ 84 ਦਾ ਦੌਰ ਆ ਗਿਆ, ਅਤੇ ਠੀਕ ਹੈ ਸਾਡੇ ਬਜ਼ੁਰਗ ਲੜਾਈ ਨਹੀਂ ਲੜ ਪਏ, ਉਹ ਦੌਰ ਵੀ ਮਾੜਾ ਸੀ।
ਉਹ ਲੜਾਈ ਨਹੀਂ ਲੜ ਪਏ। ਲੇਕਿਨ ਅੱਜ ਦਾ ਨੌਜਵਾਨ ਆਪਣੀ ਮਾਂ ਬੋਲੀ ਲਈ ਸੁਚੇਤ ਹੈ, ਉਹ ਜਾਗਰੂਕ ਹੈ ਔਰ ਜਾਗ ਰਿਹਾ ਹੈ ਔਰ ਆਪਣੀ ਮਾਂ ਬੋਲੀ ਲਈ ਲਾਗੂ ਕਰਾਊਗਾ, ਕਿਉਂਕਿ ਉਹਦੀ ਹੋਂਦ ਜੁੜੀ ਹੋਈ ਹੈ, ਉਹਦਾ ਧਰਮ, ਉਹਦਾ ਹੋਂਦ, ਉਹਦਾ ਵਿਰਸਾ, ਉਹਨੂੰ ਪਤਾ ਹੈ ਮੇਰੀ ਮਾਂ ਬੋਲੀ ਨਾਲ ਜੁੜਿਆ ਹੋਇਆ। ਜੇ ਮੈਂ ਇਹ ਤੋਂ ਟੁੱਟ ਗਿਆ ਤਾਂ ਮੇਰਾ ਆਉਣ ਵਾਲਾ ਫਿਊਚਰ, ਆਉਣ ਵਾਲਾ ਭਵਿੱਖ ਉਹ ਖਤਰੇ 'ਚ ਹੈ। ਇਸ ਕਰਕੇ ਨੌਜਵਾਨ ਜਾਗ ਜੂਗਾ ਔਰ ਉਹ ਇਹ ਮਾਂ ਬੋਲੀ ਦਾ ਹੱਕ ਆਪਣਾ ਲੈ ਕੇ ਰਹੇਗਾ ਚੰਡੀਗੜ੍ਹ 'ਚ। ਤੁਸੀਂ ਪ੍ਰਸ਼ਾਸਨ ਨੂੰ ਕਿੰਨੀ ਕੁ ਵਾਰ ਮਿਲੇ ਜੇ, ਜਾਂ ਇੱਥੋਂ ਦੇ ਜਿਹੜੇ ਸਿਆਸੀ ਲੀਡਰ ਉਹਨਾਂ ਨੂੰ ਕਿੰਨੇ ਕੁ ਤੁਸੀਂ ਮੁਲਾਕਾਤਾਂ ਕੀਤੀਆਂ? ਜਿਸ ਨੂੰ ਵੀ ਮਿਲਦੇ ਆ ਜੀ, ਕੋਈ ਇਹ ਗੱਲ ਨਹੀਂ ਕਹਿੰਦਾ ਹੈ ਵੀ ਸਾਨੂੰ ਇੱਥੇ ਦੀ ਜਿਹੜੀ ਮਾਂ ਬੋਲੀ ਹੈ ਉਹ ਪੰਜਾਬੀ ਨਹੀਂ ਹੋਣੀ ਚਾਹੀਦੀ। ਸਾਰਿਆਂ ਦਾ ਸਾਰੇ ਇਹੀ ਗੱਲ ਵਾਰ-ਵਾਰ ਕਹਿੰਦੇ ਵੀ ਹਾਂ ਤੁਹਾਡਾ ਅਧਿਕਾਰ ਹੈ, ਇਹ ਤੁਹਾਡਾ ਬਾਕੀ ਸਹੀ ਗੱਲ ਹੈ, ਤੁਹਾਡਾ ਅਧਿਕਾਰ ਹੈ, ਪੰਜਾਬੀ ਮਾਂ ਬੋਲੀ ਪਹਿਲੀ ਹੋਣੀ ਚਾਹੀਦੀ ਹੈ। ਲੇਕਿਨ ਉਹਨਾਂ ਨੂੰ ਲਾਗੂ ਕਰਨ 'ਤੇ ਪਤਾ ਨਹੀਂ ਕਿਆ ਸੱਪ ਲੜਦਾ ਹੈ। ਜਾਂ ਤਾਂ ਸੈਂਟਰ ਗੌਰਮੈਂਟ ਦੇ ਉਹਨਾਂ ਦੇ ਇਹ ਕਹਿ ਲਓ ਵੀ ਗਲ ਦੱਬਿਆ ਹੋਇਆ, ਚਾਹੇ ਉਹ ਕਿਰਨ ਖੇਰ MP ਹੈ, ਉਹ ਵੀ ਕਹਿੰਦੀ ਵੀ ਹਾਂ ਤੁਹਾਡੀ ਮਾਂ ਬੋਲੀ ਇੱਥੇ ਲਾਗੂ ਹੋਣੀ ਚਾਹੀਦੀ ਹੈ, ਪਹਿਲੀ ਬੋਲੀ ਹੋਣੀ ਚਾਹੀਦੀ ਹੈ। ਲੇਕਿਨ ਜਦੋਂ ਗੱਲ ਆਉਂਦੀ ਹੈ ਲਾਗੂ ਹੋਣੀ, ਤੇ ਫਿਰ ਸੈਂਟਰ 'ਤੇ ਸਾਰੀ ਗੱਲ ਸੁੱਟ ਦਿੰਦੇ ਵੀ ਸੈਂਟਰ ਕਰੂਗਾ। ਅਸੀਂ ਸੈਂਟਰ ਨੂੰ ਵੀ ਜਿਹੜੇ ਚਿੱਠੀਆਂ ਦੀ ਉਹ ਵੀ ਇਹੀ ਗੱਲ ਕਹਿੰਦੇ ਆ। ਹੁਣ ਸੈਂਟਰ ਦੇ ਮੰਤਰੀ ਤੱਕ ਇਹ ਕਹਿ ਰਹੇ ਕਿ ਵੀ ਤੁਹਾਡੀ ਖੇਤਰੀ ਭਾਸ਼ਾ 1 ਨੰਬਰ 'ਤੇ ਹੋਣੀ ਚਾਹੀਦੀ ਹੈ। ਫਿਰ ਇੱਥੇ ਚੰਡੀਗੜ੍ਹ 'ਚ ਪਤਾ ਨਹੀਂ ਕੀ ਮੌਤ ਪੈ ਰਹੀ ਹੈ ਇਹਨਾਂ ਨੂੰ ਵੀ ਆਪਣੀ ਖੇਤਰੀ ਭਾਸ਼ਾ, ਇੱਥੇ ਖੇਤਰੀ ਭਾਸ਼ਾ ਪੰਜਾਬੀ ਹੈ, ਪੰਜਾਬੀ ਲਾਗੂ ਨਹੀਂ ਕਰ ਰਹੇ ਜੀ। ਪਰ ਜਦੋਂ ਇੱਥੋਂ ਦੇ ਸਿਆਸੀ ਲੀਡਰ ਤੁਹਾਡਾ ਸਾਥ ਨਹੀਂ ਦੇਣਗੇ, ਪ੍ਰਸ਼ਾਸਨ ਕੋਲ ਗੱਲ ਕਿਵੇਂ ਪਹੁੰਚੂਗੀ? ਸਿਆਸੀ ਲੀਡਰ ਠੀਕ ਹੈ ਵੀ ਉਹਨਾਂ ਨੂੰ ਸਾਥ ਦੇਣਾ ਪਊਗਾ ਜੀ ਆਉਣ ਵਾਲੇ, ਕਿਉਂਕਿ ਪੰਜਾਬੀ ਜਾਗੂਗੇ। ਹੁਣੇ ਮੈਂ ਉਹੀ ਗੱਲ ਕਹਿ ਰਿਹਾ ਸੀ ਵੀ ਹੁਣੇ ਜਿਹੜੇ ਇੱਥੇ ਦੇ ਕੌਂਸਲਰ ਜਿੱਤੇ ਆ ਜੀ, ਪਹਿਲੀ ਵਾਰੀ ਹੋਇਆ ਵੀ 15-16 ਕੌਂਸਲਰ ਨੇ ਆਪਣੀ ਮਾਂ ਬੋਲੀ 'ਚ ਸਹੁੰ ਚੁੱਕੀ ਹੈ। ਤੇ ਇੱਥੇ ਦੀ ਮੇਅਰ ਨੇ ਜਿਹੜਾ ਬਜਟ ਹੈ ਉਹ ਪੜ੍ਹਿਆ, ਇਹ ਆਉਣ ਵਾਲਾ ਸਮਾਂ ਵੀ ਸਾਨੂੰ ਦਿਖ ਰਿਹਾ ਵੀ ਹਾਂ ਆਉਣ ਵਾਲੇ ਸਮੇਂ 'ਚ ਜ਼ਰੂਰ ਸਿਆਸੀ ਲੀਡਰ, ਹਾਂ ਸਰਬਜੀਤ ਕੌਰ, ਉਹਨਾਂ ਨੇ ਪੰਜਾਬੀ 'ਚ ਆਪਣਾ ਬਜਟ ਕਰਿਆ, ਸਹੁੰ ਵੀ ਪੰਜਾਬੀ ਚੁੱਕੇ, ਪੰਜਾਬੀ ਬੋਲਦੇ ਨੇ ਔਰ ਪੰਜਾਬੀ ਸਾਰਾ ਕੁਝ ਕਰਦੇ ਨੇ। ਉਹ ਕਦੇ ਉਹਨਾਂ ਦੇ ਮੂੰਹ 'ਚੋਂ ਹਿੰਦੀ ਅੰਗਰੇਜ਼ੀ ਤਾਂ ਸੁਣੀ ਨਹੀਂ। ਪਰ ਇਹ ਆਉਣ ਵਾਲਾ ਸਮਾਂ ਹੈ ਜੀ, ਲੋਕ ਉਹਨਾਂ ਨੂੰ ਵੀ ਜਦੋਂ ਵੋਟਾਂ ਮੰਗਣ ਆਉਣਗੇ ਆਉਣ ਵਾਲੇ ਸਮੇਂ 'ਚ, ਉਹਨਾਂ ਨੂੰ ਪੁੱਛਿਆ ਕਰਨਗੇ ਵੀ ਤੁਹਾਡੀ ਮਾਂ ਬੋਲੀ ਕਿੱਥੇ ਹੈ ਬਈ, ਤੁਸੀਂ ਮਾਂ ਬੋਲੀ 'ਚ ਵੋਟਾਂ ਮੰਗਦੇ ਹੋ, ਜਦੋਂ ਵੋਟਾਂ ਮੰਗਦੇ ਹੋ ਤੁਹਾਡੇ ਜਿਹੜੇ ਇਸ਼ਤਿਹਾਰ ਹੈ, ਤੁਹਾਡੇ ਜਿਹੜੇ ਪਰਚੇ ਹੈ, ਤੁਹਾਡੇ ਜਿਹੜੇ ਮੈਨੀਫੈਸਟੋ ਪੰਜਾਬੀ 'ਚ ਕਿੱਥੇ ਨੇ। ਸੋ ਆਉਣ ਵਾਲੇ ਸਮੇਂ 'ਚ ਜ਼ਰੂਰ ਲੀਡਰ ਪੰਜਾਬੀ ਮਾਂ ਬੋਲੀ ਦੀ ਗੱਲ ਕਰਨਗੇ ਔਰ ਇੱਥੇ ਪੰਜਾਬੀ ਮਾਂ ਬੋਲੀ ਲਾਗੂ ਹੋਊਗੀ। ਤੁਸੀਂ ਕੋਈ ਗੁਰਦੁਆਰੇ 'ਚ ਪ੍ਰੋਗਰਾਮ ਬਣਾਓਗੇ ਅਵੇਅਰ ਕਰਨ ਦਾ? ਹਾਂਜੀ, ਮੈਂ 42 ਸੈਕਟਰ ਗੁਰਦੁਆਰਾ ਸਾਹਿਬ ਤੋਂ ਹਾਂ ਅਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਆਪਣੇ ਗੁਰਦੁਆਰੇ ਦੇ ਵਿੱਚ ਬੋਰਡ ਅਤੇ ਬਾਕੀ ਹੋਰ ਸੰਗਤ ਨੂੰ ਵੀ ਜਾਗਰੂਕ ਕਰਨ ਦੀ ਕੋਸ਼ਿਸ਼ ਕਰਾਂਗੇ। ਔਰ ਮੇਰੀ ਤਾਂ ਸਾਰੇ ਹਾਜ਼ਰੀਨ ਅੱਗੇ ਬੇਨਤੀ ਹੈ ਕਿ ਉਹ ਸਾਰੇ ਜਿੰਨੇ ਵੀ ਉਹਨਾਂ ਨੂੰ ਮਿਲਣ ਗਿਲਣ ਵਾਲੇ ਹੈ, ਜਾਂ ਉਹਨਾਂ ਦੇ ਆਪਣੇ ਰਿਸ਼ਤੇਦਾਰ ਹੈ, ਜਾਂ ਆਪਣੇ ਘਰ ਦੇ ਵਿੱਚ ਵੀ ਪੰਜਾਬੀ ਬੋਲੀ ਨੂੰ ਉਤਸ਼ਾਹਿਤ ਕਰਨ। ਤਾਂ ਇਸ ਤਰ੍ਹਾਂ ਕਰਕੇ ਅਸੀਂ ਇਸ ਨੂੰ ਅੱਗੇ ਲੈ ਜਾਵਾਂਗੇ। ਇੱਕ ਵਾਰ ਫਿਰ ਜਾਂਦੇ ਆ ਕਾਮਰੇਡ ਦੇਵੀ ਦਿਆਲ ਹੋਣਾ ਕੋਲ। ਕਾਮਰੇਡ ਜੀ, ਬੜਾ ਵੱਡਾ ਮੁਹਾਜ ਤੁਸੀਂ ਜੋੜ ਲਿਆ, ਪੰਜਾਬੀ ਪ੍ਰੇਮੀ ਤੁਸੀਂ ਨਾਲ ਲਾੜੇ ਨੇ, ਪਰ ਇੱਕ ਬਹੁਤ ਵੱਡਾ ਦੁਖਾਂਤ ਹੈ ਵੀ ਚੰਡੀਗੜ੍ਹ ਦੀ ਭਾਵੇਂ ਸੱਤਾਧਾਰੀ ਪਾਰਟੀ ਹੈ, ਭਾਵੇਂ ਵਿਰੋਧੀ ਪਾਰਟੀਆਂ ਨੇ, ਉਹ ਕੋਈ ਸੁਰ 'ਚ ਸੁਰ ਨਹੀਂ ਰਲਾਉਂਦੀਆਂ। ਨਹੀਂ, ਉਹਨਾਂ ਦੀ ਕੁਝ ਪਾਰਟੀਆਂ ਤਾਂ ਵੋਟਾਂ ਦੀ ਰਾਜਨੀਤੀ ਕਰ ਰਹੀਆਂ, ਉਹਨਾਂ ਨੂੰ ਹਿੰਦੂ ਵੋਟਰ ਦਾ ਜਿਹੜਾ ਹੈ ਨਾ ਮਹੱਤਵ ਜ਼ਿਆਦਾ ਲੱਗਦਾ, ਜਾਂ ਉਹਦੇ ਵਿੱਚੋਂ ਜ਼ਿਆਦਾ ਗਿਣਤੀ 'ਚੋਂ ਹਾਸਲ ਕਰਨਾ ਚਾਹੁੰਦੇ ਹਾਂ। ਇਸ ਵਾਸਤੇ ਅਸੀਂ ਇਹ ਜਿਹੜਾ ਚੰਡੀਗੜ੍ਹ ਪੰਜਾਬੀ ਮੰਚ ਹੈ, ਇਹਦੇ ਸਾਥੀਆਂ ਦਾ ਇਹ ਫੈਸਲਾ ਵੀ ਕੋਈ ਵੀ ਵਿਰੋਧਤਾ ਕਰਦਾ, ਕੋਈ ਕਿਵੇਂ ਕਰਦਾ, ਅਸੀਂ ਡਟ ਕੇ ਲੜਦੇ ਰਹਿਣਾ ਔਰ ਉਨੀ ਦੇਰ ਤੱਕ ਲੜਨਾ ਜਿੰਨੀ ਦੇਰ ਸਹੀ ਪੰਜਾਬੀ ਭਾਸ਼ਾ ਨੂੰ ਪਹਿਲਾ ਦਰਜਾ ਨਹੀਂ ਮਿਲਦਾ। ਅੱਜ ਗੁਰਦੁਆਰਾ ਸਾਹਿਬਾਨ ਦੀਆਂ ਕਮੇਟੀਆਂ ਦੀ ਮੀਟਿੰਗ ਹੋਈ ਹੈ, ਉਹਨਾਂ ਨੂੰ ਕੀ ਤੁਸੀਂ ਮੈਸੇਜ ਸੁਨੇਹਾ ਦਿੱਤਾ? ਉਹਨਾਂ ਨੂੰ ਅਸੀਂ ਸੁਨੇਹਾ ਦਿੱਤਾ ਵੀ ਕਿਰਪਾ ਕਰਕੇ ਤੁਸੀਂ ਸਾਡੀ ਮਦਦ ਕਰੋ, ਕਿਉਂਕਿ ਪਿਛਲੇ ਸਮੇਂ 'ਚ ਘੱਟ ਸਾਥ ਮਿਲਿਆ ਸੀ ਗੁਰਦੁਆਰਾ ਸਾਹਿਬ ਤੋਂ ਸਾਨੂੰ। ਅੱਜ ਉੱਥੋਂ ਭਰੋਸਾ ਮਿਲਿਆ ਕਿ ਅਸੀਂ ਹੋਰ ਮਦਦ ਕਰਾਂਗੇ ਅਤੇ ਹੁਣ ਪ੍ਰਚਾਰਕਾਂ ਦੀ ਮੀਟਿੰਗ ਇੱਕ ਹੋਏਗੀ, ਉਹਦੇ ਵਿੱਚ ਵੀ ਅਸੀਂ ਆਪਣਾ ਸੁਨੇਹਾ ਦੇਵਾਂਗੇ। ਸੋ ਤੁਸੀਂ ਸੁਣਿਆ ਪੰਜਾਬੀ ਪ੍ਰੇਮੀਆਂ ਨੂੰ, ਇਹਨਾਂ ਨੂੰ ਹਾਲੇ ਵੀ ਆਸ ਹੈ ਵੀ 55 ਸਾਲ ਹੋ ਗਏ ਨੇ ਪੰਜਾਬੀ ਮਾਂ ਬੋਲੀ ਚੰਡੀਗੜ੍ਹ 'ਚ ਖੋਲ੍ਹੀ, ਔਰ ਇਹਨਾਂ ਦਾ ਇਹ ਕਹਿਣਾ ਵੀ ਅਸੀਂ ਜਿਹੜੀ ਜੋਤ ਹੈ ਇਹਨੂੰ ਭਾਂਬੜ ਦਾ ਰੂਪ ਦੇਵਾਂਗੇ। ਅਤੇ ਜਿਵੇਂ ਗਿੱਲ ਸਾਹਿਬ ਨੇ ਕਿਹਾ ਵੀ ਜੇ ਸਾਰੇ ਹਥਿਆਰ ਖਤਮ ਹੋ ਜਾਣ ਤਾਂ ਫਿਰ ਹੋਰ ਕਈ ਤਰ੍ਹਾਂ ਦੇ ਪੜਾਅ ਨੇ, ਉਹ ਸੰਘਰਸ਼ ਲੜਾਂਗੇ। ਸੋ ਆਸ ਕਰਦੇ ਹਾਂ ਚੰਡੀਗੜ੍ਹ ਦਾ ਪੰਜਾਬੀ ਮੰਚ ਅਤੇ ਚੰਡੀਗੜ੍ਹ ਦੇ ਪੰਜਾਬੀ ਪ੍ਰੇਮੀ ਆਪਣੀ ਮਾਂ ਬੋਲੀ ਦੀ ਪ੍ਰਾਪਤੀ ਲਈ ਜਲਦੀ ਹੋਰ ਅੱਗੇ ਵਧਣਗੇ।